ਧੰਨ ਧੰਨ ਰਾਮਦਾਸ ਗੁਰ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ, ਆਪ ਸਿਰਜਨਹਾਰੈ ਧਾਰਿਆ। ਸਿੱਖੀ ਅਤੈ ਸੰਗਤੀ, ਪਾਰ ਬ੍ਰਹਮ ਕਰ ਨਮਸਕਾਰਿਆ। ਅਟਲ ਅਥਾਹੋ ਅਤੁਲ ਤੂੰ, ਤੇਰਾ ਅੰਤ ਨ ਪਾਰਾ ਵਾਰਿਆ। ਜਿਨੀ ਤੂੰ ਸੇਵਿਆ ਭਾਉ ਕਰ, ਸੇ ਤੁਧ ਪਾਰ ਉਤਾਰਿਆ। ਲਭ ਲੋਭ ਕਾਮ ਕ੍ਰੋਧ ਮੋਹ, ਮਾਰ ਕੱਢੇ ਤੁਧ ਸਭ ਪਰਵਾਰਿਆ। ਧਨ ਸੋ ਤੇਰਾ ਥਾਨ ਹੈ, ਧਨ ਤੇਰਾ ਪੈ ਸਕਾਰਿਆ। ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ। ਗੁਰ ਡਿਠਾ ਤਾਂ ਮਨ ਸਾਧਾਰਿਆ। ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ। ਗੁਰ ਡਿਠਾ ਤਾਂ ਮਨ ਸਾਧਾਰਿਆ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਘਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਘਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹਲਾ ਚੌਥਾ, ਘਰ ਦੂਜਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਜਪਿਓ ਨਾਮ ਸੁਖ ਜਨਕ। ਗੁਰਬਚਨੀ ਹਰ ਹਰ ਸਰਣ ਪਰੇ। ਦਾਲਦ ਪੰਜ ਸੁਦਾਮੇ ਮਿਲਿਓ, ਭਗਤੀ ਪਾਏ ਤਰੇ। ਭਗਤ ਵਚਲ ਹਰ ਨਾਮ ਕਿਰਤਾਰਥ, ਗੁਰਮੁਖ ਕਿਰਪਾ ਕਰੇ। ਜਪਿਓ ਨਾਮ ਸੁਖ ਜਨਕ, ਗੁਰਬਚਨੀ ਹਰ ਹਰ ਸਰਣ ਪਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਆਪ ਸੰਗਤਾਂ ਨੇ ਮਹਾਰਾਜ ਸਾਹਿਬ ਜੀ ਦੇ ਦਰਬਾਰ ਅੰਦਰ ਬੈਠ ਕੇ ਸਤਿਗੁਰਾਂ ਦੀ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਣ ਕੀਤੇ। ਇਸ ਵੇਲੇ ਮਹਾਰਾਜ ਕਿਰਪਾ ਕਰਕੇ ਗੁਰਬਾਣੀ ਦੀ ਕਥਾ ਦੇ ਨਾਲ ਸਾਨੂੰ ਨਿਹਾਲ ਕਰ ਰਹੇ। ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਅੰਮ੍ਰਿਤ ਬਚਨ ਸਤਿਗੁਰਾਂ ਦੀ ਬਾਣੀ ਦੇ ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹਲਾ ਚੌਥਾ, ਘਰ ਦੂਜਾ। ਮਾਰੂ ਰਾਗ ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਇੱਥੋਂ ਆਪਾਂ ਪ੍ਰਾਰੰਭ ਕਰ ਰਹੇ ਹਾਂ। ਇਸ ਤੋਂ ਪਹਿਲਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ 5 ਸ਼ਬਦ ਸਰਵਣ ਕੀਤੇ।
ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 12 ਸ਼ਬਦ ਸਰਵਣ ਕੀਤੇ। ਗੁਰੂ ਅਮਰਦਾਸ ਤੋਂ ਹੁਣ ਉਪਰੰਤ ਗੁਰੂ ਰਾਮਦਾਸ ਪਾਤਸ਼ਾਹ ਦੀ ਬਾਣੀ ਹੈ। ਰਾਗ ਦਾ ਨਾਮ ਹੈ ਮਾਰੂ। ਮਾਰੂ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ 995 ਅੰਗ ਦੇ ਉੱਪਰ ਇਹ ਸ਼ਬਦ ਲਿਖਿਆ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦੂਜੇ ਘਰ ਦੇ ਅੰਦਰ ਗਾਉਣ ਦਾ ਹੁਕਮ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਜੋ ਪ੍ਰਮਾਤਮਾ ਹੈ, ਵਾਹਿਗੁਰੂ ਹੈ, ਨਿਰੰਕਾਰ ਹੈ, ਇਹ ਸਾਰੇ ਪਰਮੇਸ਼ਰ ਦੇ ਨਾਮ ਨੇ। ਤੇਰੇ ਨਾਮ ਅਨੇਕਾਂ ਰੂਪ ਅਨੰਤਾ ਕਹਿ ਨਾ ਜਾਈ, ਤੇਰੇ ਗੁਣ ਕੇਤੇ। ਗੁਰਬਾਣੀ ਦਾ ਮਹਾਂਵਾਕ ਹੈ, ਪਰਮਾਤਮਾ ਦੇ ਬੜੇ ਨਾਮ ਨੇ, ਬੇਅੰਤ ਨਾਮ ਨੇ। ਬਲਿਹਾਰੀ ਜਾਓ ਜੇਤੇ ਤੇਰੇ ਨਾਮ ਹੈ। ਉਹਨਾਂ ਨਾਮਾਂ ਦਾ ਅੰਤ ਕੋਈ ਨਹੀਂ ਹੈ, ਪਰ ਉਹਨਾਂ ਬਹੁਤੇ ਨਾਮਾਂ ਦੇ ਵਿੱਚੋਂ ਇੱਕ ਨਾਮ ਹੈ ਓੰਕਾਰ। ਜਿਸ ਦਾ ਨਾਮ ਓੰਕਾਰ ਹੈ, ਉਹ ਪਰਮਾਤਮਾ ਇੱਕ ਹੈ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਜਿਵੇਂ ਵੱਖਰੇ ਵੱਖਰੇ ਮੌਸਮ ਆਉਂਦੇ ਨੇ, ਰੁੱਤਾਂ ਆਉਂਦੀਆਂ ਨੇ, ਇਹਦਾ ਮਤਲਬ ਇਹ ਨਹੀਂ ਹੈ ਵੀ ਸੂਰਜ ਬਦਲ ਜਾਂਦਾ, ਵੀ ਸਿਆਲ ਦਾ ਸੂਰਜ ਹੋਰ ਹੈ ਤੇ ਗਰਮੀ ਦਾ ਹੋਰ ਹੈ। ਸੂਰਜ ਇੱਕੋ ਹੀ ਹੈ, ਕੇਵਲ ਰੁੱਤ ਬਦਲਦੀ ਹੈ। ਪਰਮਾਤਮਾ ਇੱਕ ਹੈ, ਕੇਵਲ ਉਹਦਾ ਨਾਮ ਬਦਲਦਾ ਹੈ। ਮਹਾਰਾਜ ਕਹਿਣ ਲੱਗੇ ਸਤਿਗੁਰ ਪ੍ਰਸਾਦ। ਜੇ ਐਸੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਚਾਹੁੰਦਾ ਹੈ ਗੁਰੂ ਕਿਆ ਸਿੱਖਾ, ਤੇ ਫਿਰ ਸਤਿਗੁਰ ਪ੍ਰਸਾਦ, ਗੁਰੂ ਦੀ ਖੁਸ਼ੀ ਲੈ, ਗੁਰੂ ਦੀ ਪ੍ਰਸੰਨਤਾ ਲੈ। ਇਹ ਮੰਗਲਾਚਰਨ ਮਹਾਰਾਜ ਬਖਸ਼ਦੇ ਹਨ। ਜਪਿਓ ਨਾਮ ਸੁਖ ਜਨਕ ਗੁਰ ਬਚਨੀ। ਮਹਾਰਾਜ ਸਾਹਿਬ ਜੀ ਨੂੰ ਪੁੱਛਿਆ, ਸਤਿਗੁਰੂ ਪਾਤਸ਼ਾਹ ਨਾਮ ਜਪ ਕੇ ਕੌਣ ਕੌਣ ਤਰਿਆ ਹੈ? ਗੁਰੂ ਰਾਮਦਾਸ ਮਹਾਰਾਜ ਜੀ ਦੇ ਅੱਗੇ ਨਾ ਸਿੱਖਾਂ ਨੇ ਸਵਾਲ ਕੀਤਾ, ਮੇਰੇ ਮਨ ਨਾਮ ਜਪਤ ਉਧਰੇ। ਰਹਾਉ ਦੀ ਪੰਕਤੀ ਦਾ ਬੰਦ ਇਹ ਹੈ ਵੀ ਸਤਿਗੁਰੂ ਨਾਮ ਜਪ ਕੇ ਕੌਣ ਤਰਿਆ ਹੈ? ਤੇ ਪਾਤਸ਼ਾਹ ਕਹਿਣ ਲੱਗੇ ਆ ਭਾਈ ਨਾਮ ਜਪ ਕੇ ਤੇ ਬੜੇ ਹੀ ਤਰੇ ਨੇ। ਫਿਰ ਸਿੱਖਾਂ ਨੇ ਪੁੱਛਿਆ ਮਹਾਰਾਜ ਕੁਝ ਉਦਾਹਰਨਾਂ ਦੇ ਕੇ ਸਮਝਾਓ ਵੀ ਕੌਣ ਕੌਣ ਸੰਸਾਰ ਤੋਂ ਤਰਿਆ। ਤੇ ਫਿਰ ਇਹ ਸ਼ਬਦ ਬਖਸ਼ਦੇ ਹਨ, ਜਪਿਓ ਨਾਮ ਸੁਖ ਜਨਕ। ਕਹਿਣ ਲੱਗੇ ਨਾਮ ਨੂੰ ਜਪ ਕੇ ਤੇ ਸੁਖ ਨਾਮ ਸੁਖਦੇਵ ਮੁਨੀ ਦਾ ਹੈ। ਸੁਖਦੇਵ ਮੁਨੀ ਜਿਹੜਾ ਹੈ ਉਸ ਦਾ ਵੀ ਨਾਮ ਜਪ ਕੇ ਭਲਾ ਹੋਇਆ ਹੈ। ਇਤਿਹਾਸਕਾਰਾਂ ਨੇ ਇੱਕ ਸਾਖੀ ਲਿਖੀ ਹੈ, ਸੁਖਦੇਵ ਦੇ ਜੀਵਨ ਦੇ ਨਾਲ ਸੰਬੰਧਿਤ ਹੈ। ਇੱਕ ਵਾਰੀ ਨਾਰਦ ਮੁਨੀ ਨੇ ਪਾਰਬਤੀ ਨੂੰ ਇਹ ਬਚਨ ਕਹੇ ਸਨ ਵੀ ਪਾਰਬਤੀ, ਸ਼ਿਵ ਜੀ ਦੇ ਗਲ ਦੇ ਵਿੱਚ ਇੱਕ ਖੋਪੜੀਆਂ ਦੀ ਮਾਲਾ ਹੈ, ਸਿਰਾਂ ਦੀ ਮਾਲਾ ਗਲ ਵਿੱਚ ਪਾਈ ਫਿਰਦਾ। ਉਹ ਮਾਲਾ ਕਾਹਦੀ ਹੈ? ਤੇ ਪਾਰਬਤੀ ਨੇ ਆਖਿਆ ਵੀ ਇਹ ਤੇ ਮੈਨੂੰ ਪਤਾ ਨਹੀਂ ਹੈ। ਕਹਿਣ ਲੱਗੇ ਜੇ ਤੈਨੂੰ ਨਹੀਂ ਪਤਾ ਤੇ ਫਿਰ ਇਹ ਭਗਵਾਨ ਸ਼ਿਵ ਜੀ ਨੂੰ ਪੁੱਛੋ ਵੀ ਇਹ ਮਾਲਾ ਕਾਹਦੀ ਸਿਰਾਂ ਦੀ ਬਣਾ ਕੇ ਗਲ ਵਿੱਚ ਪਾਈ ਹੈ। ਜਦੋਂ ਪਾਰਬਤੀ ਨੇ ਸ਼ਿਵ ਜੀ ਨੂੰ ਇਹ ਗੱਲ ਪੁੱਛੀ ਹੈ ਤੇ ਸ਼ਿਵ ਜੀ ਨੇ ਆਖਿਆ, ਕਹਿਣ ਲੱਗੇ ਪਾਰਬਤੀਏ ਸਾਰੇ ਸਿਰ ਤੇਰੇ ਹੀ ਨੇ, ਤੂੰ ਇੰਨੇ ਜਨਮ ਲਏ ਨੇ, ਜਦੋਂ ਤੂੰ ਮਰ ਜਾਂਦੀ ਹੈ ਮੈਂ ਸਿਰ ਵੱਢ ਕੇ ਉਹ ਮਾਲਾ ਵਿੱਚ ਲਾ ਲੈਂਦਾ ਹਾਂ। ਉਸ ਵੇਲੇ ਫਿਰ ਪਾਰਬਤੀ ਨੇ ਆਖਿਆ, ਕਹਿਣ ਲੱਗੀ ਜੀ ਫਿਰ ਮੈਨੂੰ ਵੀ ਆਪਣੇ ਵਾਂਗੂ ਹੀ ਅਮਰ ਕਰੋ ਨਾ, ਮੈਂ ਵੀ ਤੁਹਾਡੇ ਨਾਲ ਆ ਤੇ ਆਪਣੇ ਵਾਂਗੂ ਮੈਨੂੰ ਵੀ ਅਮਰ ਕਰ ਦਿਓ। ਸ਼ਿਵ ਜੀ ਨੇ ਬਚਨ ਸੁਣਿਆ, ਕਹਿਣ ਲੱਗੇ ਠੀਕ ਹੈ ਤੈਨੂੰ ਅਮਰ ਕਰ ਦਿੰਦੇ, ਤੈਨੂੰ ਅਮਰ ਕਥਾ ਸੁਣਾਉਂਦੇ ਆ। ਜੇ ਤੂੰ ਅਮਰ ਕਥਾ ਸੁਣ ਲਈ ਤੇ ਤੂੰ ਵੀ ਅਮਰ ਹੋ ਜਾਵੇਂਗੀ, ਤੈਨੂੰ ਫਿਰ ਵਾਰ-ਵਾਰ ਜਨਮ ਨਹੀਂ ਮਿਲੇਗਾ ਤੇ ਮੈਨੂੰ ਵਾਰ-ਵਾਰ ਸਿਰ ਨਹੀਂ ਵੱਢਣਾ ਪਵੇਗਾ। ਸਮੁੰਦਰ ਦੇ ਕਿਨਾਰੇ ਤੇ ਜਾ ਕੇ ਬੈਠ ਕੇ ਸ਼ਿਵ ਜੀ ਨੇ ਪਹਿਲੀ ਵਾਰ ਜਿਹੜੀ ਹੈ ਨਾ ਅਮਰ ਕਥਾ ਸੁਣਾਉਣੀ ਸ਼ੁਰੂ ਕੀਤੀ ਹੈ। ਥੋੜ੍ਹੀ ਬਹੁਤੀ ਅਜੇ ਕਥਾ ਸੁਣਾਈ ਹੈ ਤੇ ਪਾਰਬਤੀ ਨਿੰਦਰਾ ਦੇ ਵੱਸ ਹੋ ਕੇ ਸੌਂ ਗਈ ਹੈ। ਸਮੁੰਦਰ ਦੇ ਵਿੱਚ ਇੱਕ ਮਗਰਮੱਛ ਹੈ, ਉਹ ਪਾਣੀ ਦੇ ਕਿਨਾਰੇ ਤੇ ਆ ਕੇ ਵੱਡਾ ਮੱਛ ਹੈ ਤੇ ਮੱਛ ਨੇ ਬਿਲਕੁਲ ਆਪਣੇ ਸਰੀਰ ਨੂੰ ਰੋਕ ਕੇ, ਚੰਚਲਤਾਈ ਰੋਕ ਕੇ ਐ ਖੜ ਕੇ ਪਾਣੀ ਦੇ ਵਿੱਚ ਤੇ ਕਥਾ ਸੁਣਦਾ ਰਿਹਾ। ਜਦੋਂ ਸ਼ਿਵ ਜੀ ਨੇ ਵੇਖਿਆ ਵੀ ਇਹ ਤੇ ਸੌਂ ਗਈ ਹੈ, ਇਹ ਕਥਾ ਮੇਰੀ ਕੌਣ ਸੁਣਦਾ ਪਿਆ, ਵੇਖਿਆ ਕਿ ਵੱਡਾ ਮੱਛ ਹੈ ਪਾਣੀ ਦਾ, ਉਹ ਕਿਨਾਰੇ ਤੇ ਲੱਗਾ ਹੋਇਆ ਤੇ ਸੁਣਦਾ ਪਿਆ।
ਤੇ शिव जी ने फिर उस वेले आख्या, कहन लगे इन्हें कथा सुनी है, ਇਹਦੇ ਵਿੱਚੋਂ ਵੀ ਸਿੱਧ ਪੁਰਸ਼ ਪੈਦਾ ਹੋਵੇਗਾ। ਮੱਛ ਦੇ ਪੇਟ ਦੇ ਵਿੱਚੋਂ ਵੀ ਇੱਕ ਸਿੱਧ ਪੁਰਸ਼ ਪੈਦਾ ਹੋਵੇਗਾ। ਉਹ ਜਿਹੜਾ ਸਿੱਧ ਪੁਰਸ਼ ਪੈਦਾ ਹੋਇਆ, ਦੁਨੀਆ ਨੇ ਉਸ ਨੂੰ ਮਛੰਦਰਨਾਥ ਦੇ ਨਾਮ ਦੇ ਨਾਲ ਜਾਣਿਆ। ਜਿਹੜਾ ਯੋਗੀਆਂ ਦਾ ਗੁਰੂ ਹੈ ਨਾ ਮਛੰਦਰਨਾਥ, ਉਹਦਾ ਨਾਮ ਮਛੰਦਰਨਾਥ ਹੀ ਤਾਂ ਪਿਆ ਕਿਉਂਕਿ ਮੱਛ ਦੇ ਪੇਟ ਵਿੱਚੋਂ ਪੈਦਾ ਹੋਇਆ। ਮੱਛ ਨੇ ਜਾਂ ਕਹਿ ਲਈਏ ਮੱਛੀ ਨੇ ਉਸ ਨੂੰ ਜਨਮਿਆ ਹੈ। ਮੱਛ ਦੇ ਪੇਟ ਵਿੱਚੋਂ ਨਿਕਲਣ ਕਰਕੇ ਉਹ ਮਛੰਦਰਨਾਥ ਬਣਿਆ, ਵੱਡਾ ਸਿੱਧ ਬਣਿਆ, ਯੋਗੀਆਂ ਦਾ ਗੁਰੂ ਇਸ ਨੂੰ ਆਖਿਆ ਜਾਂਦਾ ਹੈ। ਅਮਰ ਕਥਾ ਪਾਰਬਤੀ ਨਹੀਂ ਸੁਣ ਸਕੀ ਹੈ, ਮੱਛ ਨੇ ਸੁਣੀ ਹੈ ਤੇ ਉਹਨੂੰ ਫਲ ਮਿਲਿਆ ਵੀ ਇੱਕ ਵੱਡੇ ਸਿੱਧ ਨੂੰ ਉਸਨੇ ਜਨਮ ਦਿੱਤਾ। ਦੂਜੀ ਵਾਰੀ ਕਥਾ ਫਿਰ ਕਿਸੇ ਜੰਗਲ ਵਿੱਚ ਸੁਣਾਉਣ ਦਾ ਯਤਨ ਕੀਤਾ ਤੇ ਫਿਰ ਨਹੀਂ ਸੁਣੀ ਹੈ। ਤੀਜੀ ਵਾਰੀ ਜਿੱਥੇ ਅਮਰਨਾਥ ਗੁਫਾ ਬਣੀ ਹੈ ਨਾ, ਕਹਿੰਦੇ ਅਮਰਨਾਥ ਦਾ ਟਿਕਾਣਾ ਬਣਿਆ, ਇੱਥੇ ਵੇਖਿਆ ਵੀ 4 ਚੁਫੇਰੇ ਬਰਫ਼ ਪਈ ਹੋਈ ਹੈ, ਕੋਈ ਨਹੀਂ ਹੈ, ਚਲੋ ਇੱਥੇ ਸਰਵਣ ਕਰਵਾਈਏ। ਇਤਿਹਾਸਕਾਰਾਂ ਦਾ ਬਚਨ ਹੈ ਵੀ ਜਿਹੜੇ ਪੰਛੀ ਵਗੈਰਾ ਬੈਠੇ ਨੇ ਰੁੱਖਾਂ 'ਤੇ ਇੱਧਰ ਉੱਧਰ ਕਿਤੇ, ਉਹਨਾਂ ਨੂੰ ਦੜਾਉਣ ਵਾਸਤੇ ਇੱਕ ਤਾੜੀ ਮਾਰੀ ਹੈ। ਸ਼ਿਵ ਜੀ ਨੇ ਤਾੜੀ ਮਾਰੀ ਹੈ ਤੇ ਉਹ ਤਾੜੀ ਵੱਜਣ ਦੇ ਨਾਲ ਜਿਹੜੇ ਜਾਨਵਰ ਬੈਠੇ ਸਨ ਉੱਡ ਗਏ। ਦੂਜੀ ਤਾੜੀ ਮਾਰੀ ਹੈ, ਜਿਹੜੇ ਜਾਨਵਰ ਅਜੇ ਆਂਡਿਆਂ ਦੇ ਵਿੱਚ ਸਨ, ਅਜੇ ਜਨਮ ਨਹੀਂ ਹੋਇਆ, ਦੂਜੀ ਤਾੜੀ ਨਾਲ ਉਹਨਾਂ ਦਾ ਵੀ ਜਨਮ ਹੋਇਆ, ਉਹ ਵੀ ਉੱਡ ਗਏ। ਉਸ ਵੇਲੇ ਕਥਾ ਸੁਣਾਉਣੀ ਸ਼ੁਰੂ ਕੀਤੀ ਹੈ, ਪਰ ਕਹਿਣ ਲੱਗੇ ਇੱਕ ਆਲ੍ਹਣੇ ਦੇ ਵਿੱਚ ਨਾ ਤੋਤੇ ਦਾ ਆਲ੍ਹਣਾ ਹੈ। ਜਦੋਂ ਪਹਿਲੀ ਤਾੜੀ ਮਾਰੀ ਹੈ ਤੇ ਉਹ ਆਂਡਾ ਖਰਾਬ ਸੀਗਾ, ਪਹਿਲੀ ਤਾੜੀ ਮਾਰਨ ਦੇ ਨਾਲ ਉਹ ਖਰਾਬ ਆਂਡਾ ਸਹੀ ਹੋ ਗਿਆ ਤੇ ਦੂਜੀ ਤਾੜੀ ਮਾਰਨ ਦੇ ਨਾਲ ਉਹਦੇ ਵਿੱਚੋਂ ਤੋਤੇ ਦੇ ਬੱਚੇ ਦਾ ਜਨਮ ਹੋ ਗਿਆ। ਤੀਜੀ ਤਾੜੀ ਮਾਰੀ ਨਹੀਂ ਹੈ, ਤੋਤੇ ਦਾ ਜਨਮ ਤੇ ਹੋ ਗਿਆ। ਉਹ ਬੈਠਾ ਹੋਇਆ, ਉਹ ਵੀ ਕਥਾ ਸੁਣਦਾ ਪਿਆ। ਜਦੋਂ ਕਥਾ ਸੁਣਾਈ ਹੈ, ਪਾਰਬਤੀ ਸੌਂ ਗਈ ਹੈ, ਪਰ ਤੋਤੇ ਦਾ ਬੱਚਾ ਹੰਗਾਰਾ ਭਰਦਾ ਕਿਉਂਕਿ ਉਹ ਚੌਂਕੜਾ ਮਾਰ ਲੈਂਦਾ ਸ਼ਿਵ ਜੀ ਤੇ ਨੇਤਰ ਬੰਦ ਕਰ ਲੈਂਦਾ, ਅੱਖਾਂ ਬੰਦ ਕਰਕੇ ਚੌਂਕੜਾ ਲਾ ਕੇ ਕਥਾ ਸੁਣਾਉਂਦਾ। ਪਾਰਬਤੀ ਨੂੰ ਆਖਿਆ ਤੂੰ ਹੰਗਾਰਾ ਭਰਨਾ ਹੈ, ਮੈਨੂੰ ਪਤਾ ਲੱਗੇ ਵੀ ਤੂੰ ਸੁਣਦੀ ਪਈ ਹੈ। ਕੁਝ ਕੁ ਸਮਾਂ ਸੁਣੀ ਤੇ ਉਹਨੂੰ ਫਿਰ ਨਿੰਦਰਾ ਆਈ ਹੈ, ਬਚਨ ਪੂਰਾ ਸੁਣ ਨਹੀਂ ਸਕੀ ਤੇ ਉਹ ਤੋਤਾ ਸੁਣਦਾ ਰਿਹਾ ਤੇ ਹੰਗਾਰਾ ਉਹ ਭਰਦਾ ਗਿਆ। ਜਦੋਂ ਕਥਾ ਪੂਰੀ ਹੋਈ, ਨੇਤਰ ਖੋਲ੍ਹ ਕੇ ਵੇਖਿਆ ਵੀ ਇਹ ਤੇ ਸੁੱਤੀ ਪਈ ਹੈ ਜਿਹਨੂੰ ਕਥਾ ਸੁਣਾਈ ਹੈ, ਹੰਗਾਰਾ ਕਿਹਨੇ ਭਰਿਆ? ਵੇਖਿਆ ਤੋਤੇ ਦਾ ਬੱਚਾ ਤਰਸ਼ੂਲ ਲੈ ਕੇ ਮਗਰ ਲੱਗ ਗਿਆ ਵੀ ਇਹਨੂੰ ਮਾਰ ਦੇਣਾ, ਇਹਨੇ ਮੇਰੀ ਕਥਾ ਸੁਣ ਲਈ ਹੈ। ਗੁਰਮੁਖੋ, ਜਿਹੜੀ ਕਥਾ ਆਪਾਂ ਇੱਥੇ ਦੀਵਾਨ ਵਿੱਚ ਬੈਠੇ ਸੁਣਦੇ ਹਾਂ ਨਾ, ਅੰਮ੍ਰਿਤ ਗੁਰਬਾਣੀ ਦੀ ਅੰਮ੍ਰਿਤ ਕਥਾ, ਅੰਮ੍ਰਿਤ ਬਾਣੀ, ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਅੰਮ੍ਰਿਤ ਗੁਰਬਾਣੀ ਦੀ ਕਥਾ ਆਪਾਂ ਕਿੰਨੇ ਆਨੰਦ ਦੇ ਨਾਲ ਬੈਠ ਕੇ ਸੁਣਦੇ ਹਾਂ। ਸਾਨੂੰ ਕੋਈ ਮਾਰਦਾ ਨਹੀਂ ਹੈ, ਸਗੋਂ ਬੁਲਾਇਆ ਜਾਂਦਾ ਵੀ ਆਓ ਭਾਈ ਸੰਗਤ ਵਿੱਚ ਬੈਠੀਏ, ਕਥਾ ਕਹਾਣੀਆਂ ਗੁਰੂ ਦੇ ਬਚਨ ਸਰਵਣ ਕਰੀਏ। ਪਰ ਜੇ ਕਿਤੇ ਉਹਨਾਂ ਸਮਿਆਂ ਦੀ ਗੱਲ ਕਰੀਏ, ਜੇ ਕੋਈ ਕਥਾ ਸੁਣ ਨਹੀਂ ਲੈਂਦਾ ਤੇ ਤਰਸ਼ੂਲ ਲੈ ਕੇ ਮਗਰ ਲੱਗ ਗਿਆ ਵੀ ਇਹਨੂੰ ਮਾਰ ਕੇ ਹੀ ਹਟਾਂਗਾ, ਇਹਨੇ ਕਥਾ ਸੁਣ ਲਈ ਮੇਰੀ, ਅਮਰ ਹੋ ਜਾਏਗਾ। ਤੋਤਾ ਉੱਡਦਾ ਪਿਆ। ਸ਼ਾਸਤਰਾਂ ਵਿੱਚ ਬਚਨ ਲਿਖਿਆ, ਗ੍ਰੰਥਾਂ ਦੇ ਵਿੱਚ, ਕਿ ਬਿਆਸ ਨਾਮ ਦਾ ਜੋ ਰਿਸ਼ੀ ਹੈ ਨਾ, ਉਹਦੀ ਘਰਵਾਲੀ ਉਬਾਸੀ ਲੈਣ ਵਾਸਤੇ ਉਹਨੇ ਮੂੰਹ ਖੋਲ੍ਹਿਆ ਤੇ ਛੋਟਾ ਜਿਹਾ ਤੋਤਾ ਉਹਦੇ ਮੂੰਹ ਦੇ ਰਾਹੀਂ ਉਹਦੇ ਪੇਟ ਵਿੱਚ ਚਲਾ ਗਿਆ। ਹੁਣ ਸ਼ਿਵ ਜੀ ਨੂੰ ਡਰ ਇਹ ਹੈ ਵੀ ਰਿਸ਼ੀ ਦੀ ਘਰਵਾਲੀ ਹੈ, ਦਰਵਾਜ਼ੇ 'ਤੇ ਬੈਠ ਗਿਆ ਤਰਸ਼ੂਲ ਲੈ ਕੇ ਵੀ ਜਦੋਂ ਇਹ ਨਿਕਲੇਗਾ ਬਾਹਰ ਮੈਂ ਉਦੋਂ ਹੀ ਮਾਰ ਦਿਆਂ। ਵੇਟ ਕਰਦਿਆਂ, ਇੰਤਜ਼ਾਰ ਕਰਦਿਆਂ 1 ਸਾਲ ਲੰਘ ਗਿਆ, 2 ਸਾਲ ਲੰਘ ਗਏ, ਕਰਦਿਆਂ ਕਰਦਿਆਂ 12 ਸਾਲ ਲੰਘ ਗਏ। 12 ਸਾਲ ਦਰਵਾਜ਼ੇ 'ਤੇ ਹੀ ਬੈਠਾ ਵੀ ਜਦੋਂ ਨਿਕਲੇਗਾ ਮਾਰਾਂਗਾ। ਨਾਰਦ ਮੁਨੀ ਜੀ ਆ ਗਏ, ਉਹਨਾਂ ਨੇ ਪੁੱਛਿਆ, ਕਹਿਣ ਲੱਗੇ ਭੋਲੇਨਾਥ ਆਪ ਇੱਥੇ ਬੈਠੇ ਹੋ? ਕਹਿਣ ਲੱਗਾ ਮੈਂ ਕਥਾ ਸੁਣਾਈ ਹੈ, ਤੋਤੇ ਨੇ ਸੁਣੀ ਹੈ। ਬਿਆਸ ਨਾਮ ਦਾ ਰਿਸ਼ੀ ਹੈ, ਉਹਦੇ ਘਰਵਾਲੀ ਦੇ ਪੇਟ ਦੇ ਅੰਦਰ ਉਹ ਤੋਤਾ ਹੈ, ਜਦੋਂ ਬਾਹਰ ਨਿਕਲੇਗਾ ਮੈਂ ਇਹਨੂੰ ਮਾਰ ਦੇਣਾ। ਤੇ ਉਸ ਵੇਲੇ ਨਾਰਦ ਨੇ ਪੁੱਛਿਆ, ਕਹਿਣ ਲੱਗਾ ਜੀ ਤੁਹਾਡੀ ਕਥਾ ਦਾ ਮਹਾਤਮ ਕੀ ਹੈ, ਫਲ ਕੀ ਹੈ? ਕਹਿੰਦੇ ਫਲ ਇਹ ਹੈ ਵੀ ਜਿਹੜਾ ਕਥਾ ਨੂੰ ਸੁਣੇਗਾ ਅਮਰ ਹੋ ਜਾਏਗਾ। ਕਹਿੰਦੇ ਫਿਰ ਉਹਨੇ ਤੇ ਕਥਾ ਸੁਣ ਲਈ ਹੈ, ਫਿਰ ਉਹ ਅਮਰ ਹੋ ਗਿਆ, ਫਿਰ ਤੁਸੀਂ ਮਾਰ ਕਿਵੇਂ ਸਕਦੇ ਹੋ? ਇੰਨੀ ਗੱਲ ਸੁਣ ਕੇ ਚਲਾ ਗਿਆ। ਸ਼ਿਵ ਜੀ ਕਹਿਣ ਲੱਗਾ ਚਲੋ ਠੀਕ ਹੈ, ਜੇ ਨਹੀਂ ਮਾਰ ਸਕਦੇ ਫਿਰ ਆਪਾਂ ਚੱਲਦੇ ਹਾਂ। 12 ਸਾਲ ਇੰਤਜ਼ਾਰ ਕਰਕੇ ਤੁਰ ਪਿਆ, ਚਲੇ ਗਿਆ। 12 ਸਾਲਾਂ ਬਾਅਦ ਇੱਕ ਬੱਚੇ ਦਾ ਜਨਮ ਹੋਇਆ, ਨਾਮ ਉਸ ਦਾ ਸੁਖਦੇਵ ਰੱਖਿਆ ਗਿਆ।
ਸੁਖਦੇਵ ਤੋਂ ਭਾਵ ਹੈ ਜਿਹੜਾ ਸੁੱਕੇ ਹੋਏ ਆਂਡੇ ਤੋਂ ਪੈਦਾ ਹੋਇਆ। ਆਪਾਂ ਇਤਿਹਾਸ ਬਚਨ ਸਰਵਣ ਕਰਦੇ ਪਏ ਨਾ ਵੀ ਆਂਡਾ ਸੁੱਕਿਆ ਸੀ, ਖਰਾਬ ਹੋਇਆ ਤੇ ਉਹਨੂੰ ਤਾੜੀ ਮਾਰ ਕੇ ਸਹੀ ਕੀਤਾ, ਫਿਰ ਉਹਦੇ ਵਿੱਚੋਂ ਤੋਤੇ ਦਾ ਜਨਮ ਹੋਇਆ। ਰੋਹ ਵਿਚਾਰ ਇਹ ਹੈ ਵੀ ਉਹ ਜਦੋਂ ਬਾਲਕ ਦਾ ਜਨਮ ਹੋਇਆ ਨਾ 12 ਸਾਲਾਂ ਬਾਅਦ, ਤੇ ਉਸਨੇ ਇੱਕ ਸ਼ਰਤ ਰੱਖੀ ਸੀ ਭਗਵਾਨ ਦੇ ਸਾਹਮਣੇ ਵੀ ਜਨਮ ਮੈਂ ਤਾਂ ਲਵਾਂਗਾ ਤੂੰ ਆਪਣੀ ਮਾਇਆ ਰੋਕ, ਵੀ ਇਹ ਜਿਹੜੀ ਮਾਇਆ ਵਿਆਪਦੀ ਪਈ ਹੈ ਨਾ ਸੰਸਾਰ ਵਿੱਚ, ਇਸ ਮਾਇਆ ਦੇ ਵਿੱਚ ਮੈਂ ਜਨਮ ਨਹੀਂ ਲੈਣਾ। ਤੇ ਗ੍ਰੰਥਕਾਰਾਂ ਦਾ ਵਿਚਾਰ ਇਹ ਹੈ ਵੀ ਇੱਕ ਛਿਣ ਵਾਸਤੇ ਮਾਇਆ ਰੋਕੀ ਹੈ, ਇੱਕ ਖਿਣ ਵਾਸਤੇ, ਉਹਨੂੰ ਜਨਮ ਦਿਵਾਉਣ ਵਾਸਤੇ। ਇੱਕ ਖਿਣ ਮਾਇਆ ਦੇ ਪ੍ਰਤਾਪ ਨੂੰ ਜਦੋਂ ਰੋਕਿਆ, ਸੁਖਦੇਵ ਦਾ ਤੇ ਜਨਮ ਹੋਇਆ। ਸੁਖਦੇਵ ਦੇ ਨਾਲ 84 ਹੋਰ ਬੱਚਿਆਂ ਦਾ ਜਨਮ ਵੱਖਰੀਆਂ ਵੱਖਰੀਆਂ ਥਾਵਾਂ ਤੇ ਹੋਇਆ। ਉਹ ਜਿਹੜੇ 84 ਬੱਚੇ ਉਸ ਵੇਲੇ ਜਨਮੇ, ਉਹਨਾਂ ਨੂੰ 84 ਸਿੱਧ ਹੋਣ ਦਾ ਜਿਹੜਾ ਹੈ ਉਹ ਮਾਨ ਪ੍ਰਾਪਤ ਹੋਇਆ, ਉਹ 84 ਸਿੱਧ ਬਣ ਗਏ। ਰੋਹ ਵਿਚਾਰ ਇਹ ਹੈ ਜਦੋਂ ਸੁਖਦੇਵ ਜੀ ਦਾ ਜਨਮ ਹੋਇਆ ਤੇ ਪਿਤਾ ਜੀ ਉਪਦੇਸ਼ ਦੇਣ ਲੱਗ ਪਏ। ਬਿਆਸ ਜੀ ਉਪਦੇਸ਼ ਦਿਆ ਕਰਨ ਤੇ ਸੁਖਦੇਵ ਸੁਣਿਆ ਹੀ ਨਾ ਕਰੇ, ਕਹਿਣ ਲੱਗਾ ਵੀ ਇਹ ਤੇ ਸਭ ਕੁਝ ਮੈਂ ਸੁਣਿਆ, ਮੈਂ ਵੇਦ ਸ਼ਾਸਤਰ ਸਭ ਪੜ੍ਹੇ ਸੁਣੇ ਨੇ, ਇਹ ਨਹੀਂ ਮੈਂ ਸੁਣਨਾ। ਸੁਖਦੇਵ ਅੱਗੇ ਅੱਗੇ ਤੁਰਿਆ ਜਾਵੇ ਤੇ ਪਿਤਾ ਬਿਆਸ ਮਗਰ ਮਗਰ ਕਦੇ ਆਪਣੇ ਪੁੱਤਰ ਦੀ ਐਸੀ ਹਾਲਤ ਵੇਖ ਕੇ ਰੋਣ ਲੱਗ ਪਿਆ ਕਰੇ। ਸੁਖਦੇਵ ਜੀ ਨੇ ਜਾਣਿਆ ਵੀ ਇਹ ਤੇ ਮੋਹ ਦੇ ਵਿੱਚ ਮੈਨੂੰ ਵੀ ਬੰਨ੍ਹ ਲਵੇਗਾ, ਆਪ ਤੇ ਮੋਹ ਵਿੱਚ ਬੱਧਾ ਹੀ ਹੋਇਆ ਹੈ। ਪਿਤਾ ਨੂੰ ਕਹਿਣ ਲੱਗਾ, ਪਿਤਾ ਜੀ ਰੋਵੋ ਨਾ, ਮੇਰੇ ਮਗਰ ਮਗਰ ਇਸ ਤਰ੍ਹਾਂ ਮੋਹ ਦੀਆਂ ਤੰਦਾਂ ਨਾ ਫੈਲਾਓ, ਪਤਾ ਨਹੀਂ ਕਿੰਨੇ ਜਨਮ, 100 ਜਨਮ ਦਾ ਤੇ ਮੈਨੂੰ ਹੀ ਗਿਆਨ ਹੈ। ਸੁਖਦੇਵ ਕਹਿੰਦਾ ਵੀ 100 ਜਨਮ ਦਾ ਮੈਨੂੰ ਗਿਆਨ ਹੈ, ਕਦੇ ਮੈਂ ਤੋਤਾ ਬਣਿਆ, ਕਦੇ ਮੈਂ ਖੋਤਾ ਬਣਿਆ, ਕਦੇ ਮੈਂ ਪਸ਼ੂ ਬਣਿਆ, ਕਦੇ ਮੈਂ ਜਾਨਵਰ ਬਣਿਆ, ਕਦੇ ਮੈਂ ਪੰਛੀ ਬਣਿਆ, ਹੁਣ ਜਾ ਕੇ ਮਨੁੱਖਾ ਜਨਮ ਦੇ ਵਿੱਚ ਆਇਆ, ਹੁਣ ਵੀ ਤੁਸੀਂ ਮੋਹ ਦੇ ਵਿੱਚ ਤੁਰੇ ਫਿਰਦੇ ਹੋ। ਮੈਨੂੰ ਉਪਦੇਸ਼ ਦੇ ਕੇ ਮੇਰਾ ਭਲਾ ਹੋ ਲੈਣ ਦਿਓ। ਉਸ ਵੇਲੇ ਬਿਆਸ ਜੀ ਉਪਦੇਸ਼ ਤੇ ਦਿੰਦੇ, ਪਰ ਉਹ ਪੁੱਤਰ ਦੀ, ਪਿਓ ਦੀ ਗੱਲ ਜਿਹੜੀ ਹੈ ਨਾ, ਪੁੱਤਰ ਨੂੰ ਕਾਟ ਨਹੀਂ ਕਰਦੀ। ਜਦੋਂ ਕੋਈ ਉਪਦੇਸ਼ ਦਿਆ ਕਰਨ, ਅੱਗੋਂ ਕੋਈ ਨਾ ਕੋਈ ਆਖਿਆ ਕਰੇ ਵੀ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੋ ਜਾਏਗਾ। ਉਸ ਵੇਲੇ ਫਿਰ ਬਿਆਸ ਜੀ ਨੇ ਆਖਿਆ ਵੀ ਜਾਓ, ਜਾ ਕੇ ਜਨਕ ਨੂੰ ਆਪਣਾ ਗੁਰੂ ਬਣਾ ਲਓ, ਵੀ ਮੇਰੇ ਕੋਲੋਂ, ਮੇਰੇ ਵੱਸ ਦੀ ਗੱਲ ਨਹੀਂ ਹੈ, ਜਨਕ ਨੂੰ ਜਾ ਕੇ ਗੁਰੂ ਧਾਰਨ ਕਰੋ, ਤੁਹਾਡਾ ਭਲਾ ਹੋ ਜਾਏਗਾ। ਸੁਖਦੇਵ ਰਿਸ਼ੀ ਜੀ ਉਸ ਵੇਲੇ ਜਨਕ ਰਾਜੇ ਦੇ ਦਰਬਾਰ ਵਿੱਚ ਚਲੇ ਗਏ। ਜਾ ਕੇ ਕੀ ਵੇਖਦੇ ਪਏ ਵੀ ਦਰਬਾਰ ਦੇ ਵਿੱਚ ਬੜੇ ਹੀਰੇ ਮੋਤੀਆਂ ਦੇ ਭਾਂਡੇ ਭਰੇ ਹੋਏ, ਬੜੇ ਬੜੇ ਸੋਹਣੇ ਮਹਿਲ ਤੇ ਚਿੱਤਰਕਾਰੀਆਂ ਕੀਤੀਆਂ ਹੋਈਆਂ। ਸੁਖਦੇਵ ਜੀ ਪਹੁੰਚ ਗਏ ਦਰਬਾਰ ਦੇ ਵਿੱਚ, ਜਾ ਕੇ ਵੇਖ ਕੇ ਹੈਰਾਨ ਹੋਏ, ਕਹਿਣ ਲੱਗੇ ਲਓ ਜਿਹਨੂੰ ਗੁਰੂ ਬਣਾਉਣਾ ਉਹ ਤੇ ਆਪ ਮਾਇਆ ਵਿੱਚ ਫਸਿਆ। ਉਸ ਵੇਲੇ ਜਨਕ ਜੀ ਨੂੰ ਕਹਿਣ ਲੱਗਾ, ਕਹਿੰਦਾ ਜੀ ਤੁਹਾਨੂੰ ਮੈਂ ਗੁਰੂ ਬਣਾਉਣ ਵਾਸਤੇ ਆਇਆ, ਤੁਸੀਂ ਤੇ ਹੀਰੇ ਮੋਤੀ ਜਵਾਹਰਾਤ ਜਿਹੜੇ ਨੇ ਰੱਖ ਕੇ ਬੈਠੇ ਹੋ, ਤੁਸੀਂ ਤੇ ਇਹਨਾਂ ਵਿੱਚ ਹੀ ਪਏ ਹੋਏ, ਮੈਨੂੰ ਕੀ ਉਪਦੇਸ਼ ਦਿਓਗੇ? ਤੇ ਜਨਕ ਜੀ ਕਹਿਣ ਲੱਗੇ, ਕਹਿੰਦੇ ਸੁਖਦੇਵ ਇਹ ਹੀਰੇ ਮੋਤੀ ਬਾਹਰ ਹੀ ਪਏ ਨੇ ਨਾ, ਮੇਰੇ ਅੰਦਰ ਤੇ ਨਹੀਂ ਨਾ ਪਏ, ਮੈਂ ਅੰਦਰ ਥੋੜ੍ਹੀ ਸਾਂਭ ਕੇ ਰੱਖੇ, ਮੇਰੇ ਅੰਦਰ ਨਹੀਂ ਨੇ, ਇਹ ਬਾਹਰ ਦੁਨਿਆਵੀ ਤੌਰ ਦੀਆਂ ਵਸਤੂਆਂ ਬਾਹਰ ਪਈਆਂ। ਦੂਜਾ ਸਵਾਲ ਫਿਰ ਇਹ ਕੀਤਾ, ਕਹਿਣ ਲੱਗਾ ਜੀ ਵੇਖੋ ਤੁਹਾਡੇ ਕਿੰਨੇ ਸੋਹਣੇ ਮਹਿਲ ਨੇ, ਕਿੰਨੀਆਂ ਸੋਹਣੀਆਂ ਚਿੱਤਰਕਾਰੀਆਂ ਨਿਰਤਕਾਰੀਆਂ ਹੋ ਰਹੀਆਂ। ਤੇ ਜਨਕ ਜੀਆਂ ਨੇ ਫਿਰ ਆਖਿਆ, ਕਹਿਣ ਲੱਗੇ ਵੀ ਇਹ ਨਿਰਤਕਾਰੀਆਂ ਚਿੱਤਰਕਾਰੀਆਂ ਬਾਹਰ ਹੀ ਨੇ, ਮੇਰੇ ਅੰਦਰ ਤੇ ਨਹੀਂ ਨਾ, ਮੈਂ ਅੰਦਰ ਲੇਪ ਆ। ਤੇ ਤੀਜਾ ਬਚਨ ਜਿਹੜਾ ਸੁਖਦੇਵ ਨੇ ਕੀਤਾ ਉਹ ਇਹ ਕੀਤਾ, ਕਹਿੰਦਾ ਜੀ ਤੁਹਾਡਾ ਤੇ ਮੇਰਾ ਅਜੇ ਵੀ ਫਰਕ ਹੈ। ਜਨਕ ਜੀ ਕਹਿੰਦੇ ਕੀ ਫਰਕ ਹੈ? ਕਹਿੰਦੇ ਤੁਸੀਂ ਗ੍ਰਸਤੀ ਹੋ, ਵਿਆਹ ਕਰਵਾਏ, ਰਾਣੀਆਂ ਰੱਖੀਆਂ, ਮੈਂ ਬਿਹੰਗਮ ਹਾਂ, ਜੰਗਲਾਂ ਵਿੱਚ ਰਹਿਣ ਵਾਲਾ ਸਾਧੂ ਹਾਂ, ਤੁਹਾਡਾ ਮੇਰਾ ਮੁਕਾਬਲਾ ਕੀ ਹੈ? ਮੈਂ ਤੇ ਤੁਹਾਡੇ ਤੋਂ ਵੀ ਵੱਡਾ ਹਾਂ। ਜਨਕ ਜੀ ਨੇ ਜਾਣਿਆ ਵੀ ਇਹਦੇ ਮਨ ਵਿੱਚ ਅਜੇ ਮਾਨ ਹੈ। ਉਹਨਾਂ ਨੇ ਜਾਣ ਬੁੱਝ ਕੇ ਆਪਣੀ ਡਿਊਟੀ ਨੂੰ ਅੱਗ ਲਵਾ ਦਿੱਤੀ, ਜਾਂ ਲਾ ਦਿੱਤੀ, ਆਪਣੀ ਆਤਮਿਕ ਸ਼ਕਤੀ ਦੇ ਨਾਲ ਜਾਨ ਲਵਾ ਦਿੱਤੀ। ਜਦੋਂ ਬਾਹਰੋਂ ਸਿਪਾਹੀਆਂ ਨੇ ਦੌੜ ਕੇ ਆ ਕੇ ਦੱਸਿਆ ਨਾ ਵੀ ਤੁਹਾਡੀ ਡਿਊਟੀ ਨੂੰ ਅੱਗ ਲੱਗੀ ਹੈ, ਤੇ ਉਸ ਵੇਲੇ ਸੁਖਦੇਵ ਦੌੜ ਪਿਆ, ਬਾਹਰ ਨੂੰ ਭੱਜਿਆ। ਜਨਕ ਜੀ ਨੇ ਆਵਾਜ਼ ਮਾਰ ਕੇ ਪੁੱਛਿਆ ਕਿੱਧਰ ਚੱਲਿਆ? ਕਹਿੰਦਾ ਜੀ ਮੇਰਾ ਉੱਥੇ ਇੱਕ ਪਾਟਾ ਜਿਹਾ ਕੰਬਲ ਪਿਆ, ਇੱਕ ਮੇਰਾ ਸੋਟਾ ਉੱਥੇ ਮੈਂ ਰੱਖ ਕੇ ਆਇਆ, ਇੱਕ ਮੈਂ ਪੈਰਾਂ ਦੀਆਂ ਖੜਾਵਾਂ ਉੱਥੇ ਲੱਕੜ ਦੀਆਂ ਲਾ ਕੇ ਆਇਆ, ਇਹ ਡਿਊਟੀ ਨੂੰ ਅੱਗ ਲੱਗ ਗਈ ਹੈ। ਇੱਕ ਮੇਰਾ ਭਾਂਡਾ ਉੱਥੇ ਪਿਆ ਪਾਣੀ ਪੀਣ ਵਾਲਾ, ਉਹ ਸੜ ਜਾਏਗਾ, ਮੈਂ ਭੱਜ ਕੇ ਉਹਨੂੰ ਚੁੱਕ ਲਿਆ। ਉਸ ਵੇਲੇ ਜਨਕ ਜੀ ਕਹਿਣ ਲੱਗੇ ਹੁਣ ਤੂੰ ਇਹ ਦੱਸ ਵੀ ਗ੍ਰਸਤੀ ਤੂੰ ਹੈ ਕਿ ਮੈਂ? ਮੇਰੇ ਤੇ ਮਹਿਲ ਨੂੰ ਅੱਗ ਲੱਗੀ, ਮੈਂ ਇੱਥੇ ਬੈਠਾ,
ਮੈਂ ਪਦਾਰਥਾਂ ਵਿੱਚ ਨਹੀਂ ਜੁੜਿਆ, ਪਦਾਰਥਾਂ ਵਿੱਚ ਨਹੀਂ ਫਸਿਆ, ਤੇ ਤੂੰ 2-4 ਪੈਸੇ ਦਾ ਤੇਰਾ ਸਮਾਨ ਹੈ, ਤੂੰ ਉਹਨੂੰ ਲੈਣ ਵਾਸਤੇ ਦੌੜ ਗਿਆ। ਉਸ ਵੇਲੇ ਸੁਖਦੇਵ ਜੀ ਨੇ ਪੁੱਛਿਆ, ਕਹਿਣ ਲੱਗੇ ਜੀ ਫਿਰ ਇਸ ਤਰ੍ਹਾਂ ਇੰਨੇ ਪਦਾਰਥਾਂ ਵਿੱਚ ਰਹਿ ਕੇ ਤੁਸੀਂ ਇੱਦਾਂ ਨਿਰਲੇਪ ਕਿਵੇਂ ਰਹਿੰਦੇ ਹੋ? ਰਾਜ ਭਾਗ ਦੇ ਵੀ ਮਾਲਕ ਹੋ, ਰਾਣੀਆਂ ਵੀ ਤੁਹਾਡੇ ਕੋਲ ਨੇ, ਸੋਨਾ ਚਾਂਦੀ ਚਿੱਤਰਕਾਰੀਆਂ ਬੜਾ ਕੁਝ ਕੋਲ ਹੈ, ਇਹ ਸਭ ਕੁਝ ਹੁੰਦਿਆਂ ਤੁਸੀਂ ਇਸ ਤਰ੍ਹਾਂ ਨਿਰਲੇਪ ਕਿਵੇਂ ਰਹਿੰਦੇ ਹੋ? ਸੁਖਦੇਵ ਨੇ ਸਵਾਲ ਕੀਤਾ। ਉਹ ਕਹਿਣ ਲੱਗੇ ਤੇਰੇ ਸਵਾਲ ਦਾ ਜਵਾਬ ਵੀ ਤਾਂ ਦੇਵਾਂਗੇ ਔਰ ਤੈਨੂੰ ਆਪਣਾ ਚੇਲਾ ਵੀ ਤਾਂ ਬਣਾਵਾਂਗੇ, ਤੈਨੂੰ ਸਾਡਾ ਇੱਕ ਕੰਮ ਕਰਨਾ ਪਵੇਗਾ। ਕਹਿਣ ਲੱਗਾ ਜੀ ਕੰਮ ਦੱਸੋ, ਮੈਂ ਹੁਣੇ ਕਰ ਦਿੰਦਾ। ਇੱਕ ਥਾਲ ਤੇਲ ਦਾ ਭਰ ਕੇ ਨਾ, ਤੇਲ ਦੀ ਥਾਲੀ ਭਰ ਕੇ ਸੁਖਦੇਵ ਨੂੰ ਫੜਾਈ, ਕਹਿਣ ਲੱਗਾ ਵੀ ਜਾ ਬਾਜ਼ਾਰ ਦੇ ਵਿੱਚੋਂ ਗੇੜਾ ਕੱਢ ਕੇ ਆ, ਪਰ ਖਿਆਲ ਰੱਖੀ ਇਹ ਤੇਲ ਡੁੱਲਣਾ ਨਹੀਂ ਚਾਹੀਦਾ, ਜੇ ਤੇਲ ਦੀ ਬੂੰਦ ਵੀ ਡੁੱਲ ਗਈ ਮੈਂ ਤੈਨੂੰ ਚੇਲਾ ਨਹੀਂ ਬਣਾਉਣਾ। ਸੁਖਦੇਵ ਜੀ ਭਰਿਆ ਹੋਇਆ ਤੇਲ ਦਾ ਥਾਲ ਲੈ ਕੇ ਜਦੋਂ ਤੁਰੇ ਨਾ, ਰਾਜੇ ਨੇ ਜਾਣ ਬੁੱਝ ਕੇ ਆਪਣੇ ਸ਼ਹਿਰ ਦੇ ਵਿੱਚ ਕਿਤੇ ਪਹਿਲਵਾਨਾਂ ਦੀ ਕੁਸ਼ਤੀ ਸ਼ੁਰੂ ਕਰਾ ਦਿੱਤੀ। ਪਹਿਲਵਾਨ ਕੁਸ਼ਤੀ ਕਰਦੇ ਪਏ, ਕਿਤੇ ਮੇਲਾ ਲਵਾ ਦਿੱਤਾ, ਕਿਤੇ ਨਾਚ ਕਰਵਾ ਦਿੱਤਾ, ਕਿਤੇ ਕੁਛ, ਕਈ ਤਰ੍ਹਾਂ ਦੀ ਰੰਗ ਬਰੰਗੀ ਉਹਨੇ ਆਪਣੇ ਮਹਿਲ ਦੀ ਜਿਹੜੀ ਸਜਾਵਟ ਬਣਾ ਦਿੱਤੀ। ਸੁਖਦੇਵ ਦਾ ਧਿਆਨ ਥਾਲੀ ਵੱਲ ਹੈ ਵੀ ਜੇ ਤੇਲ ਡੁੱਲ ਗਿਆ ਤੇ ਗੁਰੂ ਨਹੀਂ ਮਿਲਣਾ। ਸਾਰੇ ਬਾਜ਼ਾਰ ਦੇ ਵਿੱਚੋਂ ਘੁੰਮ ਕੇ ਆ ਗਿਆ। ਉਸ ਵੇਲੇ ਜਦੋਂ ਵਾਪਸ ਲਿਆ ਨਾ ਥਾਲੀ ਤੇਲ ਦੀ, ਤੇਲ ਤੇ ਨਹੀਂ ਡੁੱਲਿਆ। ਉਸ ਵੇਲੇ ਜਨਕ ਜੀ ਨੇ ਪੁੱਛਿਆ, ਕਹਿਣ ਲੱਗੇ ਵੀ ਕਿਵੇਂ ਦਾ ਲੱਗਾ ਬਾਜ਼ਾਰ, ਕਿਵੇਂ ਦੀਆਂ ਲੱਗੀਆਂ ਰੌਣਕਾਂ? ਕਹਿਣ ਲੱਗਾ ਮਹਾਰਾਜ ਜੇ ਮੈਂ ਬਾਜ਼ਾਰ ਵੇਂਦਾ ਜਾਂ ਰੌਣਕਾਂ ਵੇਂਦਾ ਤੇ ਮੇਰਾ ਤੇ ਤੇਲ ਡੁੱਲ ਜਾਣਾ ਸੀ। ਮੈਂ ਆਪਣਾ ਧਿਆਨ ਤੇਲ ਵੱਲ ਹੀ ਰੱਖਿਆ ਵੀ ਇਹ ਨਹੀਂ ਡੁੱਲਣਾ ਚਾਹੀਦਾ। ਨਿਰਤਕਾਰੀਆਂ ਭਾਵੇਂ ਹੋ ਰਹੀਆਂ ਹੋਣਗੀਆਂ, ਗੀਤ ਸੰਗੀਤ ਹੋ ਰਹੇ ਹੋਣਗੇ, ਸ਼ਹਿਰ ਬੜਾ ਸਜਿਆ ਹੋਵੇਗਾ, ਹੁੰਦਾ ਤੇ ਬਹੁਤ ਕੁਝ ਹੋਵੇਗਾ, ਪਰ ਮੈਂ ਕੁਝ ਨਹੀਂ ਵੇਖਿਆ, ਮੇਰਾ ਧਿਆਨ ਤੇਲ ਵੱਲ ਰਿਹਾ ਵੀ ਇਹ ਨਹੀਂ ਡੁੱਲਣਾ ਚਾਹੀਦਾ। ਉਸ ਵੇਲੇ ਫਿਰ ਉਹਨਾਂ ਨੇ ਸਮਝਾਇਆ, ਕਹਿਣ ਲੱਗੇ ਜਿਵੇਂ ਤੂੰ ਬਾਜ਼ਾਰ ਦੇ ਵਿੱਚੋਂ ਘੁੰਮ ਕੇ ਆ ਗਿਆ ਨਾ, ਬਾਜ਼ਾਰ ਦੇ ਵਿੱਚੋਂ ਦੀ ਆਉਣ ਦੇ ਬਾਵਜੂਦ ਵੀ ਤੂੰ ਬਾਜ਼ਾਰ ਵੱਲ ਨਹੀਂ ਵੇਖਿਆ, ਤੇਰਾ ਧਿਆਨ ਤੇਲ ਵੱਲ ਹੀ ਰਿਹਾ ਵੀ ਇਹ ਨਾ ਡੁੱਲੇ। ਕਹਿੰਦੇ ਇਸ ਤਰ੍ਹਾਂ ਅਸੀਂ ਸੰਸਾਰ ਵਿੱਚ ਰਹਿੰਦੇ ਹਾਂ, ਪਰਿਵਾਰ ਵਿੱਚ ਰਹਿੰਦੇ ਹਾਂ, ਰਾਜ ਮਹਿਲ ਵਿੱਚ ਰਹਿੰਦੇ ਹਾਂ, ਰਾਜ ਭਾਗ ਵਿੱਚ ਰਹਿੰਦੇ ਹਾਂ, ਸਾਡਾ ਧਿਆਨ ਵੀ ਪਰਮੇਸ਼ਰ ਵੱਲ ਹੀ ਰਹਿੰਦਾ, ਸਾਡਾ ਧਿਆਨ ਵੀ ਇਹ ਸੰਸਾਰ ਦੀਆਂ ਨਿਰਤਕਾਰੀਆਂ ਵੱਲ ਨਹੀਂ ਜਾਂਦਾ ਹੈ। ਭਾਵੇਂ ਹੋ ਰਹੀਆਂ ਨੇ ਸਭ ਕੁਝ, ਰਾਜ ਭਾਗ ਦੇ ਕੰਮ ਚੱਲਦੇ ਪਏ, ਪਰ ਸਾਡਾ ਧਿਆਨ ਇਹਨਾਂ ਤੋਂ ਉਪਰਾਮ ਰਹਿੰਦਾ ਹੈ। ਇਹ ਬਚਨ ਸੁਣ ਕੇ ਕਹਿਣ ਲੱਗੇ ਜਿਵੇਂ ਤੇਰਾ ਧਿਆਨ ਤੇਰਾ ਤੇਲ ਦੀ ਥਾਲੀ ਵੱਲ ਰਿਹਾ, ਐਸੇ ਤਰ੍ਹਾਂ ਤੇਲ ਦੀ ਥਾਲੀ ਵਾਂਗ ਸਾਡਾ ਮਨ ਹੈ, ਅਸੀਂ ਆਪਣਾ ਮਨ ਇਸ ਤਰ੍ਹਾਂ ਟਿਕਾ ਕੇ ਰੱਖਿਆ ਹੋਇਆ। ਫਿਰ ਸੁਖਦੇਵ ਜੀ ਕਹਿਣ ਲੱਗੇ ਮਹਾਰਾਜ ਫਿਰ ਤੁਸੀਂ ਏਡੀ ਕਿਰਪਾ ਹੈ ਤੇ ਮੈਨੂੰ ਉਪਦੇਸ਼ ਦਿਓ। ਕਹਿਣ ਲੱਗੇ ਉਪਦੇਸ਼ ਤੇ ਤੈਨੂੰ ਆਉਂਦਿਆਂ ਹੀ ਦੇ ਦਿੰਦੇ, ਪਰ ਤੇਰੇ ਮਨ ਵਿੱਚ ਸ਼ੰਕਾ ਕਦੇ ਇਹ ਪੈ ਗਿਆ ਵੀ ਇਹਦੇ ਕੋਲ ਹੀਰੇ ਮੋਤੀ ਨੇ, ਰਾਜਾ ਹੈ, ਕਦੇ ਤੇਰੇ ਮਨ ਸ਼ੰਕਾ ਹੈ ਵੀ ਸਾਡੇ ਕੋਲ ਮਹਿਲ ਮਾੜੀਆਂ ਨੇ, ਵੀ ਇਹ ਗੁਰੂ ਕਿਵੇਂ ਹੋ ਸਕਦਾ, ਕਦੇ ਤੂੰ ਆਖਦਾ ਵੀ ਅਸੀਂ ਗੁਰੂ ਗ੍ਰਸਤੀ ਹਾਂ ਤੇ ਤੂੰ ਬੇਹੰਗਮ ਹੈ, ਇਹ ਸ਼ੰਕਾ ਤੇਰੇ ਮਨ ਵਿੱਚ ਪੈ ਗਿਆ, ਹੁਣ ਉਪਦੇਸ਼ ਨਹੀਂ ਦੇਵਾਂਗੇ। ਜੇ ਉਪਦੇਸ਼ ਲੈਣਾ ਤੇ ਇੰਤਜ਼ਾਰ ਕਰਨਾ ਪਵੇਗਾ, ਜਾਂ ਮਹਿਲਾਂ ਦੇ ਬਾਹਰ ਖੜ। ਤੇ ਉਸ ਵੇਲੇ ਜਨਕ ਜੀ ਕਹਿਣ ਲੱਗੇ ਅਸੀਂ ਜੱਗ ਕਰਾਂਗੇ, ਜੱਗ ਤੋਂ ਬਾਅਦ ਵੀ ਤੈਨੂੰ ਉਪਦੇਸ਼ ਦੇਵਾਂਗੇ। ਸੁਖਦੇਵ ਮਹਿਲ ਦੇ ਬਾਹਰ ਖਲੋਤਾ ਹੈ, ਜਨਕ ਜੀ ਨੇ ਜੱਗ ਕਰਵਾਇਆ, ਬੜੇ ਲੋਕ ਆਏ ਭੋਜਨ ਛਕਣ ਵਾਸਤੇ। ਸਾਰਿਆਂ ਨੂੰ ਹੁਕਮ ਕੀਤਾ ਵੀ ਜਿੱਥੇ ਸੁਖਦੇਵ ਖਲੋਤਾ ਹੈ ਨਾ, ਇਹਦੇ ਉੱਪਰ ਸਾਰੇ ਜਾਣੇ ਆਪਣੀਆਂ ਜੂਠੀਆਂ ਪਤਲਾਂ ਜਿਨ੍ਹਾਂ ਵਿੱਚ ਭੋਜਨ ਛਕਿਆ ਹੈ, ਜੂਠੀਆਂ ਪਤਲਾਂ ਇਹਦੇ ਉੱਪਰ ਸੁੱਟੋ ਜਿੱਥੇ ਖਲੋਤਾ ਹੋਇਆ। ਸਾਰਿਆਂ ਨੇ ਭੋਜਨ ਛਕਿਆ, ਜੂਠੀਆਂ ਪਤਲਾਂ ਇਹਦੇ ਉੱਪਰ ਸੁੱਟੀਆਂ, ਇੰਨੀਆਂ ਪਤਲਾਂ ਸੁੱਟੀਆਂ ਵੀ ਇਹ ਪਤਲਾਂ ਦੇ ਵਿੱਚ ਲੁਕ ਗਿਆ। ਮਹਾਰਾਜ ਕਹਿੰਦੇ ਜੂਠਨ ਜੂਠ ਪਾਈ ਸਿਰ ਉੱਪਰ ਖਿਨ ਮਨੂਆ ਤਿਲ ਨਾ ਡਲਾਵੇ ਗੋ। ਜਦੋਂ ਫਿਰ ਮਨ ਨਹੀਂ ਨਾ ਡੋਲਿਆ, ਬੈਠਾ ਰਿਹਾ, ਫਿਰ ਬੁਲਾਇਆ ਇਸ ਨੂੰ, ਬੁਲਾ ਕੇ ਫਿਰ ਇਸ ਨੂੰ ਉਪਦੇਸ਼ ਦਿੱਤਾ ਜਨਕ ਜੀ ਨੇ, ਤੇ ਇਹਦਾ ਭਲਾ ਹੋਇਆ। ਮਹਾਰਾਜ ਇੱਥੇ ਬਚਨ ਕਰਦੇ, ਕਹਿਣ ਲੱਗੇ ਜਪਿਓ ਨਾਮ ਸੁਖ ਜਨਕ ਗੁਰ ਬਚਨੀ। ਕਹਿੰਦੇ ਸੁਖਦੇਵ ਜੀ ਨੇ ਨਾਮ ਜਪਿਆ ਹੈ ਜੀ। ਜਪਿਆ ਕਿਵੇਂ ਆ? ਗੁਰੂ ਦੇ ਬਚਨਾਂ ਨਾਲ। ਗੁਰੂ ਕਿਹਨੂੰ ਬਣਾਇਆ? ਗੁਰੂ ਬਣਾਇਆ ਹੈ ਜਨਕ ਜੀ ਨੂੰ। ਜਨਕ ਜੀ ਨੂੰ ਆਪਣਾ ਗੁਰੂ ਬਣਾ ਕੇ ਸੁਖਦੇਵ ਰਿਖੀ ਨੇ ਵੀ ਨਾਮ ਜਪਿਆ ਹੈ। ਮੇਰੇ ਮਨ ਨਾਮ ਜਪਤ ਉਧਰੇ, ਮੇਰਿਆ ਮਨਾ ਇਸ ਤਰ੍ਹਾਂ ਨਾਮ ਜਪ ਕੇ ਸੁਖਦੇਵ ਦਾ ਭਲਾ ਹੋਇਆ ਹੈ। ਤੂੰ ਵੀ ਜਪੇਂਗਾ
ਤੇਰਾ ਵੀ ਭਲਾ ਹੋਵੇਗਾ, ਸਾਨੂੰ 12 ਸਾਲ ਇੰਤਜ਼ਾਰ ਕਰਨ ਦਾ ਵੀ ਲੋੜ ਨਹੀਂ ਹੈ, ਅੱਜ ਹੀ ਗੁਰੂ ਵਾਲਾ ਬਣ ਸਕਦਾ ਤੇ ਅੱਜ ਹੀ ਜਪ ਸਕਦਾ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਭਾਈ ਉਹਨਾਂ ਦਾ ਭਲਾ ਹੋਇਆ ਹੈ। ਹਰ ਹਰ ਸ਼ਰਨ ਪਰੇ, ਕਿਉਂਕਿ ਜਿਹੜੇ ਹਰੀ ਹਰ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਜਾਂਦੇ, ਨਾਮ ਜਪਦੇ, ਕਹਿੰਦੇ ਉਹਨਾਂ ਦਾ ਭਲਾ ਹੁੰਦਾ, ਉਹ ਤਰ ਜਾਂਦੇ। ਇਸੇ ਪੰਕਤੀ ਨੂੰ ਫਿਰ ਫਰਮਾਉਂਦੇ ਹਨ, ਜਪਿਓ ਨਾਮ ਸੁਖ ਜਨਕ ਗੁਰ ਬਚਨੇ, ਹਰ ਹਰ ਸ਼ਰਨ ਪਰੇ। ਦੂਜੀ ਸਾਖੀ ਵਿਦਵਾਨਾਂ ਨੇ ਲਿਖੀ ਹੈ, ਜਿਹੜਾ ਜਨਕ ਰਾਜਾ ਹੈ ਨਾ, ਇਹਦਾ ਵੀ ਇਸ ਤਰ੍ਹਾਂ ਭਲਾ ਹੋਇਆ। ਇੱਕ ਵਾਰੀ ਜਨਕ ਰਾਜੇ ਨੇ ਪੁੱਛ ਲਿਆ ਰਿਖੀਆਂ ਨੂੰ, ਕਹਿਣ ਲੱਗਾ, ਰਿਖੀ ਮਹਾਤਮਾ ਜੀ ਇਹ ਦੱਸੋ ਕਿ ਗਿਆਨਵਾਨ ਦੇ ਵੀ ਭਰਮ ਪੈ ਸਕਦਾ ਹੈ? ਤੇ ਕਿਸੇ ਪੂਰਨ ਮਹਾਤਮਾ ਰਿਖੀ ਨੇ ਆਖਿਆ, ਕਹਿਣ ਲੱਗੇ, ਹਾਂ, ਜਿੰਨਾ ਚਿਰ ਗਿਆਨ ਕੱਚਾ ਹੈ ਨਾ ਉਨਾ ਚਿਰ ਭਰਮ ਪੈ ਸਕਦਾ ਹੈ। ਜੇ ਗਿਆਨ ਵਿੱਚ ਪਰਪੱਕਤਾ ਹੋ ਜਾਵੇ, ਜਿਸ ਤਰ੍ਹਾਂ ਬ੍ਰਹਮ ਗਿਆਨ ਦੀ ਅਵਸਥਾ, ਉੱਥੇ ਪਹੁੰਚ ਜਾਈਏ, ਫਿਰ ਨਹੀਂ ਭਰਮ ਪੈਂਦਾ, ਪਰ ਉਹਦੇ ਤੋਂ ਥੱਲੇ ਭਰਮ ਪੈ ਜਾਂਦਾ ਹੈ। ਜਦੋਂ ਇਹ ਸਵਾਲ ਪੁੱਛਿਆ ਤੇ ਜਵਾਬ ਮਿਲਿਆ ਤੇ ਉਹਨਾਂ ਨੇ ਸੁਭਾਵਕ ਹੀ ਬਚਨ ਆਖਿਆ, ਕਹਿਣ ਲੱਗੇ, ਰਾਜਨ ਤੈਨੂੰ ਵੀ ਭਰਮ ਪਵੇਗਾ, 8 ਸਾਲ ਦਾ ਇਹ ਭਰਮ ਤੇਰੇ ਮਨ ਵਿੱਚ ਰਹੇਗਾ। ਬੜੇ ਬੜੇ ਰਿਖੀ ਮੁਨੀ ਆਪਣੇ ਕੋਲ ਬਿਠਾ ਲਏ ਜਨਕ ਜੀ ਨੇ, ਤੁਸੀਂ ਮੈਨੂੰ ਗਿਆਨ ਦੀਆਂ ਗੱਲਾਂ ਸੁਣਾਇਆ ਕਰੋ, ਗ੍ਰੰਥਾਂ ਦੀਆਂ ਗੱਲਾਂ ਸੁਣਾਇਆ ਕਰੋ, ਮੈਨੂੰ ਭਰਮ ਨਾ ਪਵੇ। ਤੇ ਇੱਕ ਦਿਨ ਗੁਰਮੁਖੋ ਸੁੱਤਾ ਨਾ ਆਪਣੇ ਸਿੰਘਾਸਨ ਦੇ ਉੱਪਰ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਜਨਕ ਰਾਜਾ ਇੱਕ ਦਿਨ ਆਪਣੇ ਆਸਨ ਤੇ ਬੈਠਾ, ਦਰਬਾਰ ਲੱਗਾ, ਵਜ਼ੀਰ ਬੈਠੇ ਹੋਏ, ਤੇ ਆਪਣੇ ਸਿੰਘਾਸਨ ਤੇ ਬੈਠਾ ਹੀ ਸੌ ਗਿਆ। ਸੁੱਤੇ ਹੋਏ ਨੂੰ ਸੁਪਨਾ ਕੀ ਆਇਆ ਕਿ ਵਿਰੋਧੀ ਰਾਜੇ ਨੇ, ਦੁਸ਼ਮਣ ਰਾਜੇ ਨੇ ਮੇਰੇ ਤੇ ਹਮਲਾ ਕੀਤਾ ਹੈ ਤੇ ਮੈਨੂੰ ਹਰਾ ਕੇ ਉਹਨੇ ਮੈਨੂੰ ਕੈਦ ਕਰ ਲਿਆ। ਕੈਦ ਕਰਕੇ ਮੈਨੂੰ ਰੇਗਿਸਤਾਨ ਦੇ ਉੱਪਰ ਲਿਜਾ ਕੇ ਘੋੜਿਆਂ ਦੇ ਮਗਰ ਪਾ ਕੇ ਖਿੱਚਦਾ ਪਿਆ, ਸੁਪਨੇ ਵਿੱਚ ਦਿਸਦਾ ਪਿਆ, ਤੇ ਫਿਰ ਦੂਰ ਲਿਜਾ ਕੇ ਸੁੱਟ ਦਿੱਤਾ ਹੈ। ਚਲਦਿਆਂ ਚਲਦਿਆਂ ਜਨਕ ਰਾਜਾ ਸੁਪਨੇ ਦੇ ਵਿੱਚ ਇੱਕ ਬਾਜ਼ਾਰ ਦੇ ਵਿੱਚ ਪਹੁੰਚਿਆ। ਬਾਜ਼ਾਰ ਵਾਲੇ ਇੱਕ ਵਿਅਕਤੀ ਨੂੰ ਜਾ ਕੇ ਆਖਦਾ, ਮੈਨੂੰ ਭੁੱਖ ਬੜੀ ਲੱਗੀ ਹੈ, ਕੁਝ ਖਾਣ ਵਾਸਤੇ ਦੇ ਦਿਓ। ਤੇ ਉਹ ਵਿਅਕਤੀ ਨੇ ਆਖਿਆ ਵੀ ਮੈਂ ਖਿਚੜੀ ਬਣਾਈ ਹੈ, ਤੈਨੂੰ ਖਿਚੜੀ ਤੇ ਮੈਂ ਦੇ ਸਕਦਾ ਹਾਂ, ਪਰ ਮੇਰੇ ਕੋਲ ਭਾਂਡਾ ਨਹੀਂ ਹੈ। ਕਿਤੇੋਂ ਜਾ ਕੇ ਭਾਂਡੇ ਦਾ ਪ੍ਰਬੰਧ ਕਰ ਲਏਗਾ ਤੇ ਮੈਂ ਤੈਨੂੰ ਖਿਚੜੀ ਪਾ ਦਿਆਂਗਾ। ਕਹਿਣ ਲੱਗਾ, ਠੀਕ ਹੈ। ਹੁਣ ਬਾਜ਼ਾਰ ਵਿੱਚੋਂ ਮਿੱਟੀ ਦਾ ਭਾਂਡਾ ਲੈਣਾ। ਰਾਜਾ ਭੀਖ ਮੰਗਣ ਲੱਗ ਪਿਆ। ਭੀਖ ਮੰਗਦਿਆਂ ਮੰਗਦਿਆਂ 2 ਪੈਸੇ ਮਿਲੇ। ਸਾਰਾ ਦਿਨ ਭੀਖ ਮੰਗੀ ਹੈ, ਪੈਸੇ 2 ਮਿਲੇ। ਜਦੋਂ 2 ਪੈਸੇ ਮਿਲੇ ਤੇ ਉਹ 2 ਪੈਸੇ ਲੈ ਕੇ ਘੁਮਿਆਰ ਕੋਲ ਚਲਾ ਗਿਆ। ਕਹਿਣ ਲੱਗਾ, ਜੀ ਭਾਂਡਾ ਦੇ ਦਿਓ ਮੈਨੂੰ ਕੋਈ ਛਕਣ ਵਾਲਾ, ਜਿਹਦੇ ਵਿੱਚ ਪਾ ਕੇ ਕੁਝ ਮੈਂ ਛਕ ਲਵਾਂ ਪਦਾਰਥ। ਤੇ ਉਸ ਵੇਲੇ ਉਹ ਘੁਮਿਆਰ ਕਹਿਣ ਲੱਗਾ ਵੀ 2 ਪੈਸਿਆਂ ਦਾ ਭਾਂਡਾ ਸਾਬਤ ਤੇ ਨਹੀਂ ਆਉਣਾ ਹੈ, ਟੁੱਟਾ ਜਿਹਾ ਭਾਂਡਾ ਮਿਲੇਗਾ ਜਿਹਦੇ ਕਿਨਾਰੇ ਟੁੱਟੇ ਹੋਣਗੇ, ਜਿਹੜਾ ਨਾ ਵਰਤੋਂ ਵਿੱਚ ਆਉਣ ਵਾਲਾ, ਵੀ ਅੱਧਾ ਉਹ ਕੰਡਮ ਹੋਵੇ, ਅੱਧਾ ਉਹ ਸਹੀ ਹੋਵੇ, ਵੀ ਇਸ ਤਰ੍ਹਾਂ ਦਾ ਮੈਂ ਦੇ ਸਕਦਾ। ਨਵਾਂ ਭਾਂਡਾ 2 ਪੈਸਿਆਂ ਦਾ ਨਹੀਂ ਮਿਲਦਾ। ਕਹਿਣ ਲੱਗਾ, ਜੀ ਚਲੋ ਤੁਸੀਂ ਟੁੱਟਾ ਹੀ ਦੇ ਦਿਓ, ਥੋੜ੍ਹਾ ਬਹੁਤਾ ਕਮਜ਼ੋਰ ਹੀ ਦੇ ਦਿਓ, ਮੈਂ ਖਿਚੜੀ ਪਾ ਕੇ ਉਹਦੇ ਵਿੱਚ ਖਾ ਲਵਾਂਗਾ। ਟੁੱਟਾ ਜਿਹਾ ਬਰਤਨ ਲੈ ਕੇ ਖਿਚੜੀ ਵਾਲੇ ਕੋਲ ਚਲਾ ਗਿਆ। ਕਹਿਣ ਲੱਗਾ, ਜੀ ਲਓ ਇਹਦੇ ਵਿੱਚ ਪਾ ਦਿਓ। ਉਹਨੇ ਖਿਚੜੀ ਪਾਈ ਹੈ। ਉਹਨੂੰ ਤਰਸ ਆ ਗਿਆ ਵੀ ਇਹ ਬੰਦਾ ਬੜਾ ਭੁੱਖਾ। ਕੁਝ ਉਹਨੇ ਆਪਣੇ ਕੋਲੋਂ ਘਿਓ ਵੀ ਪਾ ਦਿੱਤਾ ਵੀ ਬਹਿ ਕੇ ਖਾ ਲਾ। ਜਦੋਂ ਉਸ ਭਾਂਡੇ ਵਿੱਚ ਘਿਓ ਖਿਚੜੀ ਪਾ ਕੇ ਖਾਣ ਵਾਸਤੇ ਪਾਸੇ ਹੋ ਕੇ ਬੈਠਾ ਨਾ, ਅਜੇ ਖਾਣਾ ਸ਼ੁਰੂ ਨਹੀਂ ਕੀਤਾ, ਇੰਨੇ ਚਿਰ ਨੂੰ 2 ਸਾਹਨ ਆਪਸ ਵਿੱਚ ਭਿੜਦੇ ਭਿੜਦੇ ਆ ਗਏ ਤੇ ਇਹਨਾਂ ਦੋਵਾਂ ਸਾਹਨਾਂ ਦੀ ਟੱਕਰ ਵਿੱਚ ਇਹ ਆ ਗਿਆ। ਨਾਲੇ ਤੇ ਸੱਟਾਂ ਲੱਗੀਆਂ, ਨਾਲੇ ਉਹ ਭਾਂਡਾ ਟੁੱਟ ਗਿਆ, ਖੀਰ ਵੀ ਡੁੱਲ ਗਈ, ਖਿਚੜੀ ਵੀ ਡੁੱਲ ਗਈ। ਮਹਾਰਾਜ ਕਹਿਣ ਲੱਗੇ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਦਾਜ ਬਿਛਰਤ ਦੁਖ ਪਾਇਆ, ਸੋਗਤ ਭਈ ਹਮਾਰੀ। ਉਸੇ ਵੇਲੇ ਜਾਗ ਖੁੱਲ ਗਈ। ਕੀ ਵੇਖਦਾ, ਮੈਂ ਤੇ ਸਿੰਘਾਸਨ ਤੇ ਬੈਠਾ ਪਰ ਰੋਂਦਾ ਪਿਆ ਵੀ ਮੇਰੇ ਨਾਲ ਹੋਈ ਬੜੀ ਬੁਰੀ ਹੈ, ਸੁਪਨਾ ਬੜਾ ਮਾੜਾ ਆ। ਮਾੜਾ ਸੁਪਨਾ ਵੇਖ ਕੇ ਉਸ ਵੇਲੇ ਗਿਆਨ ਵਿੱਚ ਹੋਰ ਪਰਪੱਕ ਹੋ ਜਾਵਾਂ, ਗਿਆਨ ਕੱਚਾ ਨਾ ਰਹਿ ਜਾਵੇ। ਹੁਣ ਗੁਰੂ ਧਾਰਨ ਕਰਨਾ ਚਾਹੁੰਦਾ। ਜਦੋਂ ਗੁਰੂ ਧਾਰਨ ਰਾਜਾ ਕਰਨਾ ਚਾਹੁੰਦਾ, ਬੜੇ ਗੁਰੂ ਬਣ ਕੇ ਆ ਗਿਆ, ਮੈਨੂੰ ਗੁਰੂ ਬਣਾ ਲਾ, ਮੈਨੂੰ ਗੁਰੂ ਬਣਾ ਲਾ। ਕਹਿਣ ਲੱਗਾ ਵੀ ਨਹੀਂ, ਮੈਂ ਗੁਰੂ ਉਹਨੂੰ ਬਣਾਵਾਂਗਾ ਜਿਹੜਾ ਮੈਨੂੰ ਘੋੜੇ ਤੇ ਚੜ੍ਹਨ ਵੇਲੇ ਇੰਨਾ ਹੀ ਉਸੇ ਵੇਲੇ ਉਪਦੇਸ਼ ਦੇ ਦੇਵੇ, ਘੋੜੇ ਤੇ ਚੜ੍ਹਦਿਆਂ ਚੜ੍ਹਦਿਆਂ ਮੈਨੂੰ ਗਿਆਨ ਹੋ ਜਾਵੇ, ਮੈਂ ਉਹਨੂੰ ਗੁਰੂ ਬਣਾਉਣਾ।
ਸਾਰਿਆਂ ਨੇ ਆ ਸਮਰੱਥਾ ਜ਼ਾਹਰ ਕੀਤੀ ਹੈ ਵੀ ਇਹ ਅਸੀਂ ਨਹੀਂ ਕਰ ਸਕਦੇ। ਸ਼ਹਿਰ ਦੇ ਵਿੱਚ ਅਸ਼ਟਾਵਕਰ ਜੀ ਰਹਿੰਦੇ ਨੇ। ਜਦੋਂ ਉਹਨਾਂ ਨੂੰ ਪਤਾ ਲੱਗਾ ਨਾ ਵੀ ਰਾਜੇ ਦੀ ਇਹ ਸ਼ਰਤ ਹੈ ਵੀ ਘੋੜੇ 'ਤੇ ਚੜ੍ਹਦਿਆਂ ਉਪਦੇਸ਼ ਮਿਲੇ, ਉਹ ਆ ਗਏ। ਜਦੋਂ ਰਾਜੇ ਦੇ ਦਰਬਾਰ ਵਿੱਚ ਆਏ, ਵੱਡੇ ਵੱਡੇ ਪੰਡਤ, ਜੋਤਸ਼ੀ, ਵਿਦਵਾਨ ਬੈਠੇ ਹੋਏ ਰਾਜੇ ਦੀ ਸਭਾ ਵਿੱਚ, ਉਹ ਅਸ਼ਟਾਵਕਰ ਜੀ ਨੂੰ ਵੇਖ ਕੇ ਹੱਸ ਪਏ, ਕਿਉਂਕਿ ਉਹਨਾਂ ਦਾ ਪੇਟ ਬੜਾ ਲੰਮਾ ਸੀ ਤੇ 8 ਵਲ ਪੈਂਦੇ ਸਨ ਪੇਟ ਵਿੱਚ, ਤੇ ਇਸ ਕਰਕੇ ਉਹਦਾ ਬੇਢੰਗਾ ਜਿਹਾ ਸਰੀਰ ਵੇਖ ਕੇ ਹੱਸ ਪਏ। ਤੇ ਜਿਹੜੇ ਅਸ਼ਟਾਵਕਰ ਜੀ ਉਹ ਕਹਿਣ ਲੱਗੇ ਜਨਕ ਰਾਜੇ ਨੂੰ, ਕਹਿਣ ਲੱਗੇ ਜਨਕ ਰਾਜਾ, ਤੇਰੀ ਸਭਾ ਵਿੱਚ ਤੇ ਸਾਰੇ ਚਮਿਆਰ ਬੈਠੇ। ਉਹ ਸਾਰੇ ਹੈਰਾਨ ਹੋ ਕੇ ਕਹਿੰਦੇ ਤੂੰ ਸਾਨੂੰ ਇਹ ਗੱਲ ਕਿਵੇਂ ਕਹਿ ਸਕਦਾ ਸੀ, ਤੇ ਉੱਚੀ ਕੁੱਲ ਵਾਲੇ ਆ, ਉੱਚ ਕੁੱਲ ਵਾਲੇ ਆ, ਸਾਨੂੰ ਇਹ ਗੱਲ ਕਿਉਂ ਕਹੀ ਹੈ? ਕਹਿੰਦਾ ਮੈਂ ਇਹ ਗੱਲ ਤਾਂ ਕਹੀ ਹੈ ਕਿਉਂਕਿ ਤੁਸੀਂ ਸਾਰਿਆਂ ਨੇ ਮੇਰੇ ਚਮੜੇ ਦੀ ਪਰਖ ਕੀਤੀ ਹੈ। ਮੇਰਾ ਚਮੜਾ ਵੇਖ ਕੇ ਤੁਸੀਂ ਹੱਸਦੇ ਪਏ ਨਾ, ਤੇ ਚਮੜੇ ਦੀ ਪਰਖ ਤੇ ਫਿਰ ਜਿਹੜਾ ਚਮੜੇ ਦਾ ਕੰਮ ਕਰਦਾ ਉਹਨੂੰ ਹੁੰਦੀ ਹੈ। ਸਾਰਿਆਂ ਦੀਆਂ ਨੀਵੀਆਂ ਪੈ ਗਈਆਂ। ਰਾਜਾ ਕਹਿਣ ਲੱਗਾ ਮੈਨੂੰ ਉਪਦੇਸ਼ ਦਿਓ। ਘੋੜੇ 'ਤੇ ਚੜ੍ਹਨ ਤੋਂ ਪਹਿਲਾਂ ਜਦੋਂ ਘੋੜੇ ਦੇ ਕੋਲ ਜਾ ਕੇ ਚੜ੍ਹਨ ਲੱਗਾ ਨਾ, ਤੇ ਉਸ ਵੇਲੇ ਅਸ਼ਟਾਵਕਰ ਜੀ ਕਹਿੰਦੇ ਵੀ ਉਪਦੇਸ਼ ਲੈਣ ਤੋਂ ਪਹਿਲਾਂ ਗੁਰੂ ਧਾਰਨ ਕਰਨਾ ਪੈਂਦਾ ਹੈ, ਤੇ ਗੁਰੂ ਧਾਰਨ ਕਰਨ ਤੋਂ ਪਹਿਲਾਂ ਆਪਣਾ ਤਨ, ਮਨ ਤੇ ਧਨ ਗੁਰੂ ਨੂੰ ਦੇਣਾ ਪੈਂਦਾ। ਤੇ ਜਨਕ ਜੀ ਨੇ ਉਸੇ ਵੇਲੇ ਆਖਿਆ, ਕਹਿਣ ਲੱਗਾ ਜੀ ਤੁਹਾਨੂੰ ਮੈਂ ਗੁਰੂ ਧਾਰਨ ਕਰਦਾ ਹਾਂ, ਆਪਣਾ ਮਨ ਵੀ ਤੁਹਾਨੂੰ ਦਿੱਤਾ, ਤਨ ਵੀ ਦਿੱਤਾ ਤੇ ਧਨ ਵੀ ਤੁਹਾਨੂੰ ਦਿੱਤਾ। ਬਚਨ ਕਹਿ ਕੇ ਜਦੋਂ ਘੋੜੇ ਦੀ ਰਕਾਬ 'ਤੇ ਪੈਰ ਰੱਖਿਆ ਨਾ ਚੜ੍ਹਨ ਵਾਸਤੇ, ਉਸ ਵੇਲੇ ਜਨਕ ਜੀ ਨੂੰ ਰੋਕ ਦਿੱਤਾ ਅਸ਼ਟਾਵਕਰ ਨੇ। ਕਹਿਣ ਲੱਗਾ ਕੀ ਗੱਲ, ਘੋੜੇ 'ਤੇ ਕਿਉਂ ਚੜ੍ਹਨ ਲੱਗਾ? ਕਹਿਣ ਲੱਗਾ ਘੋੜਾ ਮੇਰਾ। ਅਸ਼ਟਾਵਕਰ ਜੀ ਕਹਿੰਦੇ ਘੋੜਾ ਤੇਰਾ ਕਿਵੇਂ? ਤੂੰ ਹੁਣੇ ਤੇ ਕਿਹਾ ਵੀ ਧਨ ਵੀ ਗੁਰੂ ਦਾ ਤੇ ਘੋੜਾ ਵੀ ਤੇ ਧਨ ਵਿੱਚ ਹੀ ਆਉਂਦਾ, ਫਿਰ ਤੂੰ ਮੈਨੂੰ ਪੁੱਛਿਆ ਕਿਉਂ ਨਹੀਂ? ਮੇਰਾ ਹੁਕਮ ਕਿਉਂ ਨਹੀਂ ਲਿਆ? ਮੇਰੀ ਆਗਿਆ ਕਿਉਂ ਨਹੀਂ ਲਈ? ਜਨ ਕਹਿਣ ਲੱਗਾ ਜੀ ਮੇਰਾ ਮਨ ਕੀਤਾ ਸੀ ਮੈਂ ਤਾਂ। ਕਹਿਣ ਲੱਗੇ ਤੇਰਾ ਮਨ ਕਿਵੇਂ ਕਰ ਸਕਦਾ? ਮਨ ਵੀ ਤੇ ਤੇਰਾ ਮੇਰਾ ਹੀ ਹੋ ਗਿਆ। ਜੋ ਮੈਂ ਕਵਾਂ ਉਹ ਤੇਰੇ ਮਨ ਵਿੱਚ ਫੁਰਨਾ ਆਉਣਾ ਚਾਹੀਦਾ, ਦੂਜਾ ਆਉਣਾ ਹੀ ਨਹੀਂ ਚਾਹੀਦਾ। ਤੇ ਤੀਜੀ ਗੱਲ ਹੈ ਵੀ ਇਹ ਜਿਹੜਾ ਧਨ ਹੈ ਤੇਰਾ, ਇਹ ਧਨ ਵੀ ਤੇ ਤੇਰਾ ਮੇਰਾ ਹੀ ਹੈ, ਤਨ ਵੀ ਤੇਰਾ ਮੇਰਾ ਹੀ ਹੈ, ਸਭ ਕੁਝ ਹੈ ਮੇਰਾ। ਮੇਰੀ ਆਗਿਆ ਤੋਂ ਬਾਹਰ ਹੀ ਕਿਉਂ ਤੂੰ ਕੰਮ ਕੀਤਾ ਹੈ? ਉਸ ਵੇਲੇ ਸਮਝਾਇਆ ਜਨਕ ਜੀ ਨੂੰ ਅਸ਼ਟਾਵਕਰ ਨੇ ਵੀ ਇਸ ਤਰ੍ਹਾਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਫਿਰ ਜਨਕ ਜੀ ਪਰਮਾਤਮਾ ਦੀ ਪ੍ਰਾਪਤੀ ਵਾਲੇ ਬਣੇ। ਗੁਰੂ ਰਾਮਦਾਸ ਪਾਤਸ਼ਾਹ ਬਚਨ ਲਿਖਦੇ ਪਏ, ਕਹਿਣ ਲੱਗੇ ਜਪਿਓ ਨਾਮ ਸੁਖ ਜਨਕ ਗੁਰ ਬਚਨੇ। ਸੁਖਦੇਵ ਨੇ ਗੁਰੂ ਧਾਰਿਆ ਜਨਕ ਨੂੰ, ਤੇ ਜਨਕ ਨੇ ਗੁਰੂ ਧਾਰਿਆ ਅਸ਼ਟਾਵਕਰ ਨੂੰ। ਇਹਨਾਂ ਦੋਨਾਂ ਨੇ ਗੁਰੂ ਧਾਰਨ ਕਰਕੇ ਤੇ ਫਿਰ ਪਰਮਾਤਮਾ ਦੇ ਨਾਮ ਨੂੰ ਜਪਦੇ ਹਨ। ਹਰ ਹਰ ਸਰਨ ਪਰੇ। ਇਸ ਤਰ੍ਹਾਂ ਭਾਈ ਇਹ ਹਰੀ ਹਰ ਪਰਮੇਸ਼ਰ ਦੀ ਸ਼ਰਨ ਵਿੱਚ ਪਏ ਨੇ। ਸੁਖਦੇਵ ਦਾ ਵੀ ਭਲਾ ਤਾਂ ਹੋਇਆ ਕਿਉਂਕਿ ਉਸਨੇ ਗੁਰੂ ਜਨਕ ਨੂੰ ਬਣਾਇਆ। ਗੁਰੂ ਬਿਨਾ ਨਹੀਂ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਤੇ ਜਿਹੜੇ ਜਨਕ ਜੀ ਨੇ ਉਹਨਾਂ ਨੇ ਗੁਰੂ ਬਣਾਇਆ ਹੈ ਅਸ਼ਟਾਵਕਰ ਨੂੰ, ਤਾਂ ਉਹਨਾਂ ਦਾ ਭਲਾ ਹੋਇਆ ਹੈ। ਤਾਲਤ ਪੰਜ ਸੁਦਾਮੇ ਮਿਲਿਓ। ਸੁਦਾਮਾ ਨਾਮ ਦਾ ਭਗਤ ਹੋਇਆ ਦੁਆਪਰ ਯੁੱਗ ਦੇ ਵਿੱਚ। ਭਗਵਾਨ ਕ੍ਰਿਸ਼ਨ ਜੀ ਤੇ ਸੁਦਾਮਾ ਜੀ ਦੋਨੇ ਇਕੱਠੇ ਸੰਦੀਪਨ ਗੁਰੂ ਦੇ ਕੋਲੋਂ ਵਿਦਿਆ ਪੜ੍ਹਦੇ ਸਨ। ਇਹਨਾਂ ਦੇ ਗੁਰੂ ਦਾ ਨਾਂ ਸੰਦੀਪਨ ਹੈ। ਸੰਦੀਪਨ ਰਿਖੀ ਹੈ, ਜੰਗਲ ਦੇ ਵਿੱਚ ਰਹਿੰਦਾ, ਉਹਦੇ ਆਸ਼ਰਮ ਦੇ ਵਿੱਚ ਵਿਦਿਆ ਪੜ੍ਹਦੇ। ਇੱਕ ਦਿਨ ਸੰਦੀਪਨ ਜੀ ਦਾ ਹੁਕਮ ਹੋਇਆ ਵੀ ਜਾਓ ਜੰਗਲ ਵਿੱਚੋਂ ਲੱਕੜਾਂ ਲੈ ਕੇ ਆਓ। ਲੱਕੜਾਂ ਲੈਣ ਵਾਸਤੇ ਗਏ ਤੇ ਮੀਂਹ ਪੈਣ ਲੱਗ ਪਿਆ। ਇੱਕ ਰੁੱਖ ਦੀ ਆੜ ਲੈ ਕੇ ਮੀਂਹ ਤੋਂ ਬਚਣ ਵਾਸਤੇ ਖੜ ਗਏ। ਭਗਵਾਨ ਕ੍ਰਿਸ਼ਨ ਜੀ ਥੱਲੇ ਬੈਠੇ ਸਨ ਜੜ੍ਹਾਂ ਦੇ ਕੋਲ, ਤੇ ਸੁਦਾਮਾ ਉੱਪਰ ਰੁੱਖ ਦੇ ਚੜ੍ਹਿਆ ਹੋਇਆ। ਜਦੋਂ ਭੁੱਖ ਲੱਗੀ ਨਾ ਤੇ ਕੁਝ ਪਦਾਰਥ ਸੀ ਖਾਣ ਵਾਸਤੇ, ਜਾਂ ਕਹਿ ਲਈਏ ਛੋਲੇ, ਜਾਂ ਕਈਆਂ ਨੇ ਲਿਖਿਆ ਵੀ ਇਸੇ ਤਰ੍ਹਾਂ ਚੌਲ ਸਨ ਕੱਚੇ। ਹੁਣ ਮਨ ਵਿੱਚ ਆਇਆ ਵੀ ਚੌਲ ਥੋੜ੍ਹੇ ਨੇ, ਜੇ ਮੈਂ ਆਪਣੇ ਦੋਸਤ ਨੂੰ ਦੱਸਿਆ ਤੇ ਵੰਡਣੇ ਪੈਣਗੇ, ਵੰਡ ਲੈ ਤੇ ਮੇਰੀ ਭੁੱਖ ਨਹੀਂ ਮਿਟਣੀ ਹੈ। ਆਪ ਹੀ ਕੱਪੜੇ ਦੀ ਬੁੱਕਲ ਦੇ ਵਿੱਚ ਮੂੰਹ ਦੇ ਕੇ ਤੇ ਉਹ ਚੌਲ ਖਾਣੇ ਸ਼ੁਰੂ ਕਰ ਦਿੱਤੇ। ਭਗਵਾਨ ਜੀ ਨੇ ਪੁੱਛਿਆ ਵੀ ਆਵਾਜ਼ ਕਾਹਦੀ ਆਉਂਦੀ? ਕਹਿੰਦਾ ਜੀ ਠੰਡ ਦੇ ਨਾਲ ਮੇਰੇ ਦੰਦ ਵੱਜਦੇ ਪਏ। ਜਦੋਂ ਉਹਨਾਂ ਨੇ ਕੱਪੜਾ ਮੂੰਹੋਂ ਪਾਸੇ ਕਰਕੇ ਵੇਖਿਆ ਤੇ ਉਹ ਇਕੱਲਾ ਹੀ ਖਾਂਦਾ ਪਿਆ। ਕਹਿਣ ਲੱਗੇ ਦਲਿਦਰੀਆ ਸਾਨੂੰ ਨਹੀਂ ਦੇਣਾ ਤੇ ਨਾ ਦਿੰਦਾ, ਪਰ ਝੂਠ ਨਹੀਂ ਸੀ ਬੋਲਣਾ। ਹੁਣ ਬਚਨ ਇਹੋ ਜਿਹਾ ਨਿਕਲਿਆ, ਦਲਿੱਦਰ ਪੈ ਗਿਆ। ਵਿਦਿਆ ਪੜ੍ਹ ਕੇ ਆਪੋ ਆਪਣੇ ਘਰਾਂ ਵਿੱਚ ਚਲੇ ਗਏ। ਸਮਾਂ ਬਤੀਤ ਹੁੰਦਾ ਗਿਆ। ਕਹਿਣ ਲੱਗੇ ਭਗਵਾਨ ਜੀ ਮਥੁਰਾ ਛੱਡ ਕੇ ਤੇ ਦਵਾਰਕਾ ਆ ਗਿਆ। ਦਵਾਰਕਾ ਨੂੰ ਸੋਨੇ ਦੇ ਮਹਿਲਾਂ ਦੇ ਨਾਲ ਸਜਾਇਆ ਭਗਵਾਨ ਕ੍ਰਿਸ਼ਨ ਜੀ ਨੇ, ਸੋਨੇ ਦੇ ਮਹਿਲ ਬਣਾਏ।
ਜਦੋਂ ਦੂਰ ਤੱਕ ਚਰਚਾ ਹੋਈ ਨਾ, ਤੇ ਉਸ ਵੇਲੇ ਸੁਦਾਮਾ ਆਪਣੀ ਘਰਵਾਲੀ ਨੂੰ ਦੱਸਦਾ ਵੀ ਇਹ ਮੇਰਾ ਮਿੱਤਰ ਆ, ਅਸੀਂ ਇਕੱਠੇ ਪੜ੍ਹੇ ਆ। ਤੇ ਉਸਨੇ ਫਿਰ ਆਖਿਆ ਵੀ ਤੇਰਾ ਮਿੱਤਰ ਤੇ ਸੋਨੇ ਦੇ ਮਹਿਲ ਬਣਾਉਂਦਾ ਪਿਆ, ਨਾਲੇ ਉਹ ਰਾਜਾ ਹੈ, ਜਾਂ ਫਿਰ ਉਹਦੇ ਕੋਲੋਂ ਮਦਦ ਮੰਗ, ਆਪਾਂ ਭੁੱਖ ਦੇ ਨਾਲ ਜੰਗ ਕਰਦੇ ਪਏ। ਬਹੁਤਾ ਪ੍ਰੇਰ ਕੇ ਉਸ ਵੇਲੇ ਸੁਦਾਮੇ ਦੀ ਘਰਵਾਲੀ ਨੇ ਭੇਜਿਆ ਤੇ ਕਹਿਣ ਲੱਗਾ ਲੈ ਕੇ ਕੀ ਜਾਵਾਂ, ਅਸਕਰ ਜਾਣਾ ਕੁਝ ਮਿਲਣ ਵਾਸਤੇ ਚਾਹੀਦਾ ਨਾ ਕੋਲ। ਸੁੱਕੇ ਚੌਲ ਉਸ ਵੇਲੇ ਕੱਪੜੇ ਦੀ ਪੋਟਲੀ ਵਿੱਚ ਬੰਨ੍ਹ ਕੇ ਦਿੱਤੇ। ਤੇ ਉਸ ਵੇਲੇ ਕਹਿਣ ਲੱਗੇ ਵੀ ਸੁਦਾਮਾ ਜੀ ਪਹੁੰਚ ਗਏ ਦਵਾਰਕਾ ਨਗਰੀ ਦੇ ਵਿੱਚ। ਭਾਈ ਗੁਰਦਾਸ ਜੀ ਨੇ ਬਚਨ ਲਿਖਿਆ, ਕਹਿਣ ਲੱਗੇ ਬਿਪ ਸੁਦਾਮਾ ਦਾਲ ਦੀ ਬਾਲ ਸਖਾਈ ਮਿੱਤਰ ਸਦਾਏ। ਹੈ ਤੇ ਬਚਪਨ ਦੇ ਮਿੱਤਰ, ਪਰ ਇੱਕ ਰਾਜਾ ਹੈ, ਉਹਨੇ ਸੋਨੇ ਦੀ ਦਵਾਰਕਾ ਸਜਾ ਦਿੱਤੀ ਹੈ, ਦੂਜੇ ਪਾਸੇ ਵਿਚਾਰਾ ਦਲਦਰੀ ਹੈ, ਛਕਣ ਛਕਾਉਣ ਦੇ ਲਾਲੇ ਪੈ ਗਏ। ਲਾਗੂ ਹੋਈ ਬਾਹਮਣੀ ਮਿਲ ਜਗਦੀਸ਼ ਦਰਿਦਲ ਗਵਾਏ। ਭਾਈ ਗੁਰਦਾਸ ਜੀ ਕਹਿੰਦੇ ਵੀ ਉਹ ਬ੍ਰਾਹਮਣੀ ਨੇ, ਸੁਦਾਮੇ ਦੀ ਘਰਵਾਲੀ ਨੇ ਆਖਿਆ ਵੀ ਤੇਰਾ ਦੋਸਤ ਰਾਜਾ, ਜਾ ਮਿਲ ਜਾ ਕੇ ਤਰਲਾ ਕਰ, ਉਹਨਾਂ ਦੇ ਕੋਲੋਂ ਖੈਰ ਖਰਾਤ ਮਿਲੇਗੀ ਤੇ ਆਪਣਾ ਭਲਾ ਹੋਵੇਗਾ। ਚੱਲਿਆ ਗਣਦਾ ਗੱਟੀਆਂ, ਚੱਲ ਤੇ ਪਿਆ ਘਰਵਾਲੀ ਦਾ ਪ੍ਰੇਰਿਆ, ਪਰ ਮਨ ਵਿੱਚ ਸੋਚਦਾ ਵੀ ਉਹ ਰਾਜਾ ਹੈ, ਮੈਂ ਗਰੀਬ ਹਾਂ, ਕੀ ਪਤਾ ਪਛਾਣੇ ਕਿ ਨਾ ਪਛਾਣੇ। ਅੱਜ ਦਾ ਸਮਾਂ ਹੀ ਇਹੋ ਜਿਹਾ ਨਾ, ਚਲੋ ਉਹ ਤੇ ਰੱਬ ਹੈ, ਉਹ ਤੇ ਭਗਵਾਨ ਹੈ, ਉਹਨੂੰ ਅਮੀਰੀ ਗਰੀਬੀ ਦਾ ਫਰਕ ਨਹੀਂ। ਪਰ ਆਪਾਂ ਦੁਨਿਆਵੀ ਤੌਰ 'ਤੇ ਵੇਖ ਲਈਏ, ਮਾੜੀ ਜੀ ਕੁਰਸੀ ਕਿਸੇ ਨੂੰ ਮਿਲੇ ਨਾ, ਤੇ ਉਹ ਆਖਦਾ ਮੈਨੂੰ ਜੈੰਦ ਨਹੀਂ ਕੀਤੀ, ਤੇ ਉਹ ਦੁਆਲੇ ਹੋ ਜਾਂਦਾ ਵੀ ਇਹਦੀਆਂ ਰੜਕਾਂ ਕਢਾਉਣੀਆਂ ਨੇ, ਵੀ ਇਹ ਮੈਨੂੰ ਸਲਾਮ ਨਹੀਂ ਠੋਕਿਆ। ਇਹ ਦੁਨਿਆਵੀ ਬਿਰਤੀ ਹੈ ਵੀ ਅਸੀਂ ਝਾਟੀ ਫੂਕ ਵਿੱਚ ਆ ਜਾਂਦੇ, ਹੰਕਾਰ ਵਿੱਚ ਬੜੀ ਛੇਤੀ ਆ ਜਾਂਦੇ। ਕੁਰਸੀ ਨਾਸਵੰਤ ਹੈ, ਰਹਿਣੀ ਨਹੀਂ ਹੈ, ਪਰ ਫਿਰ ਵੀ ਮਾਣ ਆ ਜਾਂਦਾ। ਰੋ ਵਿਚਾਰੇ ਹੈ, ਚੱਲਿਆ ਗਣਦਾ ਗੱਟੀਆਂ, ਵਿਚਾਰ ਕਰਦਾ ਜਾਂਦਾ, ਪਤਾ ਨਹੀਂ ਪਛਾਣੇਗਾ ਕਿ ਨਹੀਂ ਪਛਾਣੇਗਾ, ਮਿਲੇਗਾ ਕਿ ਨਹੀਂ ਮਿਲੇਗਾ, ਕਿਉਂ ਕਰ ਜਾਈਏ ਕੌਣ ਮਿਲਾਏ। ਫਿਰ ਸੋਚਦਾ ਵੀ ਕੋਈ ਇਹੋ ਜਿਹਾ ਬੰਦਾ ਹੀ ਜਾਣ ਪਛਾਣ ਵਾਲਾ, ਕੋਈ ਬਚਪਨ ਦਾ ਹੀ ਦੋਸਤ ਹੀ ਮਿਲ ਜਾਵੇ, ਜਿਹੜਾ ਜਾ ਕੇ ਵਾਰਤਾਲਾਪ ਕਰਾਏ ਵੀ ਭਗਵਾਨ ਜੀ ਆ ਤੁਹਾਡਾ ਮਿੱਤਰ ਹੈ, ਮੇਰੇ ਬਾਰੇ ਦੱਸੇ ਕੋਈ ਜਾ ਕੇ, ਤਾਂ ਹੀ ਗੱਲ ਬਣੇ ਨਾ। ਪਹੁੰਚਾ ਨਗਰ ਦਵਾਰਕਾ, ਦਵਾਰਕਾ ਨਗਰੀ ਸੋਨੇ ਦੀ ਬਣਾਈ, ਭਗਵਾਨ ਕ੍ਰਿਸ਼ਨ ਜੀਆਂ ਨੇ ਸੋਹਣੇ ਮਹਿਲ ਬਣਾਏ। ਉੱਥੇ ਪਹੁੰਚ ਗਿਆ, ਸਿੰਘ ਦੁਆਰ ਖਲੋਤਾ ਜਾਏ, ਮੁੱਖ ਦਰਵਾਜ਼ੇ ਦੇ ਕੋਲ ਜਾ ਕੇ ਰੋਕ ਲਿਆ ਸਿਪਾਹੀਆਂ ਨੇ, ਕੌਣ ਹੈ, ਕਿੱਧਰ ਚੱਲਿਆ। ਉਸ ਵੇਲੇ ਦੱਸਦਾ ਪਿਆ, ਕਹਿਣ ਲੱਗਾ ਜੀ ਮੇਰਾ ਇਹ ਨਾਮ ਹੈ, ਤੇ ਮੈਂ ਭਗਵਾਨ ਜੀਆਂ ਦਾ, ਜਾਂ ਕਹਿ ਲਈਏ ਜਿਹੜੇ ਰਾਜੇ ਨੇ ਉਹਨਾਂ ਦਾ ਮੈਂ ਮਿੱਤਰ ਹਾਂ। ਉਹ ਹੱਸ ਪਿਆ, ਕਹਿਣ ਲੱਗੇ ਤੇਰੇ ਵਰਗਾ ਮਿੱਤਰ, ਮੈਲੇ ਕੁਚੈਲੇ ਪੁਰਾਣੇ ਕੱਪੜੇ ਪਾਏ, ਤੂੰ ਕਿਵੇਂ ਮਿੱਤਰ ਹੋ ਸਕਦਾ। ਉਹ ਹੱਸਣ ਲੱਗ ਪਏ। ਫੌਜ ਦੇ ਸਿਪਾਹੀ ਜਿਹੜੇ ਸਨ, ਕੋਤਵਾਲ ਵਗੈਰਾ, ਉਸ ਵੇਲੇ ਬੜੀ ਠੇਸ ਪਹੁੰਚੀ ਹੈ ਵੀ ਗੱਲ ਤੇ ਇਹਨਾਂ ਦੀ ਵੀ ਠੀਕ ਹੈ ਵੀ ਮੈਂ ਹੈ ਤੇ ਗਰੀਬ ਹਾਂ। ਉਸ ਵੇਲੇ ਅੱਖਾਂ ਦੇ ਵਿੱਚ ਅਥਰੂ ਆ ਗਏ, ਪਿੱਛੇ ਨੂੰ ਮੁੜਨ ਲੱਗ ਪਿਆ। ਉਹ ਫੌਜਦਾਰ ਦੇ ਮਨ ਵਿੱਚ ਆਇਆ ਵੀ ਚਲੋ ਜਾ ਕੇ ਦੱਸੀਏ ਤੇ ਸਹੀ ਨਾ ਭਗਵਾਨ ਜੀ ਨੂੰ ਵੀ ਇੱਕ ਵਿਅਕਤੀ ਆ ਕੇ ਇਹ ਗੱਲ ਕਹਿੰਦਾ। ਜਦੋਂ ਜਾ ਕੇ ਫੌਜਦਾਰ ਨੇ ਦੱਸਿਆ ਨਾ, ਭਗਵਾਨ ਜੀ ਸਿੰਘਾਸਨ 'ਤੇ ਬੈਠੇ, ਉਸ ਵੇਲੇ ਕਹਿਣ ਲੱਗੇ ਦੂਰੋਂ ਦੇਖ ਡੌਤ ਕਰ ਛੱਡ ਸਿੰਘਾਸਨ ਹਰ ਜੀ ਆਏ। ਉਸ ਵੇਲੇ ਭਗਵਾਨ ਕ੍ਰਿਸ਼ਨ ਜੀ ਇੰਨੀ ਛੇਤੀ ਉੱਠੇ ਆਪਣੇ ਸਿੰਘਾਸਨ ਤੋਂ, ਸੁਦਾਮੇ ਦਾ ਨਾਮ ਸੁਣਦਿਆਂ ਪੈਰੀ ਜੋੜਾ ਤੱਕ ਨਹੀਂ ਪਾਇਆ, ਨੰਗੇ ਪੈਰੀ ਬਾਹਰ ਨੂੰ ਦੌੜ ਪਏ। ਸਿੰਘਾਸਨ ਦਾ ਚੇਤਾ ਭੁੱਲ ਗਿਆ, ਸਰੀਰ ਦੇ ਕੱਪੜਿਆਂ ਦਾ ਚੇਤਾ ਭੁੱਲ ਗਿਆ। ਤੇ ਸੁਦਾਮੇ ਨੂੰ ਪਿੱਛੋਂ ਆਵਾਜ਼ ਮਾਰ ਕੇ ਜਦੋਂ ਸੁਦਾਮੇ ਨੂੰ ਸਾਹਮਣੇ ਵੇਖਿਆ ਤੇ ਪਹਿਲਾਂ ਮੱਥਾ ਟੇਕਿਆ ਤੇ ਕਹਿਣ ਲੱਗੇ ਪਹਿਲੇ ਦੇ ਪ੍ਰਦਖਣਾ ਪੈਰੀ ਪੈ ਕੇ ਕਹਿ ਗੱਲ ਲਾਏ। ਪਹਿਲਾਂ ਮੱਥਾ ਟੇਕਿਆ, ਫਿਰ ਪਰਿਕਰਮਾ ਕੀਤੀਆਂ ਭਗਵਾਨ ਕ੍ਰਿਸ਼ਨ ਦੀਆਂ ਨੇ ਸੁਦਾਮੇ ਦੀਆਂ, ਫਿਰ ਗਲ ਦੇ ਨਾਲ ਲਾ ਕੇ ਜੱਫੀ ਪਾਈ ਹੈ ਤੇ ਬਚਨ ਆ ਗਿਆ। ਕਹਿਣ ਲੱਗੇ ਚਰਨੋਂ ਲੈ ਪੈਰ ਧੋਏ ਸਿੰਘਾਸਨ ਉੱਤੇ ਬਿਠਾਏ। ਪਾਣੀ ਲਿਆ ਕੇ ਭਗਵਾਨ ਕ੍ਰਿਸ਼ਨ ਜੀਆਂ ਨੇ ਆਪ ਪੈਰ ਧੋਤੇ ਸੁਦਾਮੇ ਦੇ, ਫਿਰ ਆਪਣੇ ਸਿੰਘਾਸਨ ਤੇ ਬਿਠਾਇਆ। ਜਿਹੜੇ ਸਿੰਘਾਸਨ ਤੇ ਆਪ ਬੈਠਦੇ ਉੱਥੇ ਬਿਠਾਇਆ। ਪੁੱਛੇ ਕੁਸ਼ਲ ਪਿਆਰ ਕਰ ਗੁਰ ਸੇਵਾ ਦੀ ਕਥਾ ਸੁਣਾਏ। ਫਿਰ ਪੁਰਾਣੀਆਂ ਗੱਲਾਂ ਬਚਪਨ ਦੀਆਂ ਵੀ ਆਪਾਂ ਇਸ ਤਰ੍ਹਾਂ ਕਰਦੇ ਸੀ, ਇਸ ਤਰ੍ਹਾਂ ਆਪਾਂ ਸੇਵਾ ਕਰਦੇ, ਇਸ ਤਰ੍ਹਾਂ ਪੜ੍ਹਦੇ, ਆਪਸ ਵਿੱਚ ਪਿਆਰ ਦੇ ਬਚਨ ਇੱਕ ਦੂਜੇ ਨਾਲ ਸਾਂਝੇ ਕੀਤੇ। ਉਸ ਵੇਲੇ ਭਗਵਾਨ ਕ੍ਰਿਸ਼ਨ ਜੀ ਨੇ ਪੁੱਛ ਹੀ ਲਿਆ, ਕਹਿਣ ਲੱਗੇ ਸੁਦਾਮਿਆਂ ਬੜੇ ਸਮੇਂ ਬਾਅਦ ਮਿਲਿਆ, ਸਾਡੇ ਵਾਸਤੇ ਨਹੀਂ ਲਿਆਂਦਾ ਛਕਣ ਵਾਸਤੇ ਕੁਛ। ਹੁਣ ਮਨ ਵਿੱਚ ਘਬਰਾਹਟ ਹੈ ਵੀ ਇਹ ਇੱਕ ਰਾਜਾ ਹੈ, ਐਡੀ ਵੱਡੀ ਪਦਵੀ ਦਾ ਮਾਲਕ ਹੈ, ਮੈਂ ਇੱਕ ਗਰੀਬ ਤੇ ਸੁੱਕੇ ਚੌਲ ਲੈ ਕੇ ਆਇਆ। ਸੰਕੋਚ ਕਰਦਾ ਇੱਧਰ ਉੱਧਰ ਵੀ ਨਾ ਹੀ ਪਤਾ ਲੱਗੇ। ਉਹਨਾਂ ਨੇ ਪੋਟਲੀ ਵੇਖ ਲਈ, ਪੋਟਲੀ ਵੇਖ ਕੇ ਖੋਲ ਕੇ ਸੁੱਕੇ ਚੌਲਾਂ ਦਾ ਫੱਕਾ ਮਾਰਿਆ। ਚੌਲਾਂ ਦਾ ਫੱਕਾ ਮਾਰਦਿਆਂ ਨਾਲ ਹੀ ਬਚਨ ਕਰ ਕਰਕੇ ਸੁਦਾਮੇ ਨੂੰ ਐਸਾ ਨਿਹਾਲ ਕੀਤਾ। ਕਹਿਣ ਲੱਗੇ ਸੁਦਾਮਾ ਤੇ ਬੈਠਾ ਭਗਵਾਨ ਕ੍ਰਿਸ਼ਨ ਜੀ ਦੇ ਕੋਲ,
ਉਹਨਾਂ ਦੇ ਬਚਨਾਂ ਦੇ ਨਾਲ ਸੁਦਾਮੇ ਦੇ ਘਰ ਦੇ ਵਿੱਚ ਸੋਨੇ ਦੇ ਮਹਿਲ ਪਾ ਦਿੱਤੇ। ਬੋਲੇ ਸੋ ਨਿਹਾਲ। ਮਹਾਰਾਜ ਕਹਿਣ ਲੱਗੇ ਲੈ ਕੇ ਤੰਦਲ ਚੱਬਿਓ ਨੂੰ ਵਿਦਾ ਕਰੇ ਅੱਗੇ ਪਹੁੰਚਾਏ। ਰਿਧੀਆਂ ਸਿੱਧੀਆਂ ਨਿਧੀਆਂ ਦੇ ਨਾਲ ਇਹੋ ਜਿਹਾ ਨਿਹਾਲ ਕੀਤਾ। 4 ਪਦਾਰਥ ਸੁਕੁਚ ਪਠਾਏ, 4 ਪਦਾਰਥ ਭੇਜ ਵੀ ਦਿੱਤੇ, ਸੁਦਾਮੇ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ। ਮਹਾਰਾਜ ਇੱਥੇ ਬਚਨ ਕਰਦੇ ਕਹਿਣ ਲੱਗੇ ਦਾਲਦ ਭੰਜ ਸੁਦਾਮੇ ਮਿਲਿਓ। ਦੁਆਪਰ ਯੁੱਗ ਦੇ ਵਿੱਚ ਪਰਮੇਸ਼ਰ ਜੀ ਆਪਣੇ ਭਗਤ ਸੁਦਾਮੇ ਨੂੰ ਕ੍ਰਿਸ਼ਨ ਦੇ ਰੂਪ ਦੇ ਵਿੱਚ ਮਿਲੇ ਤੇ ਉਹਦਾ ਸਾਰਾ ਦਲਿੱਦਰ ਹੀ ਭੰਨ ਦਿੱਤਾ, ਗਰੀਬੀ ਚਾਕੀ ਦਿੱਤੀ ਹੈ। ਐਸੇ ਸੋਨੇ ਦੇ ਮਹਿਲ ਬਖਸ਼ਿਸ਼ ਕੀਤੇ ਹਨ। ਭਗਤੀ ਪਾਏ ਤਰੇ। ਗੁਰਮੁਖੋ ਜਿਨ੍ਹਾਂ ਨੇ ਪ੍ਰੇਮਾ ਭਗਤੀ ਕੀਤੀ ਉਹ ਸੰਸਾਰ ਤੋਂ ਤਰ ਜਾਂਦੇ ਹਨ। ਭਗਤ ਵਛਲ ਹਰ ਨਾਮ ਕਿਰਤਾਰਥ। ਉਹ ਪਰਮਾਤਮਾ ਭਗਤ ਵਛਲ ਹੈ, ਭਗਤਾਂ ਦਾ ਪਿਆਰਾ। ਵਛਲ ਨਾਮ ਪਿਆਰੇ ਦਾ ਵੀ ਭਗਤਾਂ ਨੂੰ ਪਿਆਰ ਕਰਦਾ ਹੈ। ਉਹਦਾ ਨਾਮ ਜਿਹਨੇ ਜਿਹਨੇ ਜਪਿਆ ਉਹ ਕਿਰਤਾਰਥ ਹੋ ਜਾਂਦਾ, ਉਹਦੀ ਕਲਿਆਣ ਹੋ ਜਾਂਦੀ, ਉਹ ਮੁਕਤ ਹੋ ਜਾਂਦਾ ਹੈ। ਗੁਰਮੁਖ ਕਿਰਪਾ ਕਰੇ। ਜਿਨ੍ਹਾਂ ਦੇ ਉੱਪਰ ਮੁਖੀ ਗੁਰਾਂ ਦੁਆਰਾ ਕਿਰਪਾ ਹੁੰਦੀ ਹੈ, ਜਿਨ੍ਹਾਂ ਉੱਪਰ ਗੁਰੂ ਕਿਰਪਾ ਕਰੇ ਉਹਨਾਂ ਨੂੰ ਇਹ ਦਾਤਾਂ ਮਿਲਦੀਆਂ। ਗੁਰੂ ਬਿਨਾਂ ਨਹੀਂ ਜੇ ਇਹ ਦਾਤ ਮਿਲਦੀ, ਐਸੀ ਬਖਸ਼ਿਸ਼ ਹੁੰਦੀ ਹੈ। ਮੇਰੇ ਮਨ ਨਾਮ ਜਪਤ ਉਦਰੇ। ਇਸ ਕਰਕੇ ਹੈ ਮੇਰੇ ਮਨਾ ਨਾਮ ਨੂੰ ਜਪ। ਤੇਰੇ ਤੋਂ ਪਹਿਲਾਂ ਜਿੰਨੇ ਜਿੰਨੇ ਦੁਨੀਆ ਵਿੱਚ ਨਾਮ ਜਪਿਆ ਉਹ ਤਰ ਗਿਆ ਸੰਸਾਰ ਵਿੱਚੋਂ। ਤੂੰ ਵੀ ਨਾਮ ਜਪੇਗਾ, ਤੇਰਾ ਤਰਨਾ ਹੋਣਾ ਹੈ। ਧਰੂ ਪ੍ਰਹਲਾਦ ਬਿਦਰ ਦਾਸੀ ਸੁਤ। ਮਹਾਰਾਜ ਕਹਿਣ ਲੱਗੇ ਭਗਤ ਧਰੂ ਨੇ ਵੀ ਨਾਮ ਜਪਿਆ। ਇੱਥੇ ਵੀ ਗੁਰਮੁਖੋ ਬੜੀ ਵੱਡੀ ਇੱਕ ਸਾਖੀ ਹੈ ਕਿ ਧਰੂ ਭਗਤ ਖੇਡਦਾ ਹੋਇਆ ਆਪਣੇ ਪਿਤਾ ਰਾਜੇ ਦੀ ਗੋਦੀ ਵਿੱਚ ਆ ਕੇ ਬੈਠ ਗਿਆ। ਮਤਰੇਈ ਮਾਂ ਕੋਲ ਬੈਠੀ ਹੈ, ਉਹਨੇ ਮੋਢੇ ਤੋਂ ਫੜ ਕੇ ਥੱਲੇ ਉਤਾਰਿਆ। ਕਹਿਣ ਲੱਗੀ ਵੀ ਜੇ ਇਸ ਗੋਦੀ ਵਿੱਚ ਬੈਠਣਾ ਸੀ ਨਾ ਫਿਰ ਮੇਰੀ ਕੁੱਖ ਤੋਂ ਜਨਮ ਲੈਂਦਾ। ਤੂੰ ਮੇਰੀ ਸ਼ੌਂਕਣ ਦੇ ਘਰੋਂ ਜਨਮ ਲਿਆ ਹੈ, ਅੱਜ ਤੂੰ ਗੋਦੀ ਵਿੱਚ ਬੈਠਾ ਹੈ, ਕੱਲ ਨੂੰ ਰਾਜ ਭਾਗ ਦਾ ਹੱਕ ਜਿਤਾਵੇਂਗਾ। ਜਦੋਂ ਇਹੋ ਜਿਹਾ ਬਚਨ ਕਹਿ ਤੇ ਉਸ ਵੇਲੇ ਭਗਤ ਧਰੂ ਜੀ ਰੋਂਦੇ ਆਪਣੀ ਮਾਂ ਕੋਲ ਚਲੇ ਗਏ। ਅੱਖਾਂ ਦੇ ਵਿੱਚ ਪਾਣੀ ਹੈ, ਹੰਝੂ ਭਰੇ ਹੋਏ। ਜਾ ਕੇ ਪੁੱਛਿਆ, ਕਹਿਣ ਲੱਗਾ ਮਾਂ ਇਹ ਦੱਸ ਤੂੰ ਰਾਣੀ ਹੈ ਜਾਂ ਗੋਲੀ ਹੈ? ਉਸ ਵੇਲੇ ਮਾਂ ਨੇ ਕਿਹਾ, ਕਹਿਣ ਲੱਗੀ ਪੁੱਤਰ ਹੈ ਤੇ ਮੈਂ ਰਾਣੀ ਵੀ, ਮੇਰਾ ਪਿਤਾ ਵੀ ਰਾਜਾ ਸੀ, ਮੈਂ ਰਾਜਕੁਮਾਰੀ ਸੀ, ਜਿਹਦੇ ਨਾਲ ਵਿਆਹ ਹੋਇਆ ਉਹ ਵੀ ਰਾਜਾ, ਤੇ ਮੈਂ ਇਸ ਕਰਕੇ ਇਸ ਵੇਲੇ ਹੈ ਤੇ ਰਾਣੀ ਆ, ਪਰ ਗੱਲ ਕੀ ਹੈ? ਉਹਨੇ ਫਿਰ ਦੱਸਿਆ। ਕਹਿਣ ਲੱਗਾ ਪਿਤਾ ਦੀ ਗੋਦੀ ਵਿੱਚ ਬੈਠਾ ਸੀ, ਦੂਜੀ ਮਾਂ ਨੇ ਮੈਨੂੰ ਉਠਾ ਦਿੱਤਾ। ਉਹ ਕਹਿੰਦੀ ਵੀ ਤੈਨੂੰ ਰਾਜ ਭਾਗ ਨਹੀਂ ਮਿਲਣਾ, ਤੂੰ ਗੋਦੀ ਵਿੱਚ ਬੈਠ ਨਹੀਂ ਸਕਦਾ। ਮੈਨੂੰ ਇਹ ਦੱਸ ਵੀ ਰਾਜ ਕਿਵੇਂ ਮਿਲੇ? ਤੇ ਜੇ ਅੱਜ ਕੱਲ੍ਹ ਦਾ ਸਮਾਂ ਹੁੰਦਾ ਨਾ ਤੇ ਮਾਤਾ ਨੇ ਕਹਿਣਾ ਸੀ ਪੁੱਤਰ ਡਾਂਗ ਚੁੱਕ ਲਾ, ਜਿਹੜੇ ਦੋਨੇ ਬੈਠੇ ਨੇ ਨਾ ਉੱਥੇ ਦੋਨਾਂ ਦੇ ਸਿਰ ਪਾੜ ਦੇ, ਰਾਜਾ ਤੂੰ ਆਪੇ ਬਣ ਜਾਣਾ। ਪਰ ਮਾਂ ਬੜੀ ਸਿਆਣੀ ਹੈ, ਉਹ ਕਹਿਣ ਲੱਗੀ ਪੁੱਤਰ ਗੱਲ ਇਹ ਹੈ ਵੀ ਮੈਂ ਰਾਣੀ ਤੇ ਹਾਂ, ਪਰ ਮੈਂ ਕੋਈ ਭਗਤੀ ਨਹੀਂ ਕੀਤੀ, ਮੈਂ ਕੋਈ ਨਾਮ ਨਹੀਂ ਜਪਿਆ। ਜੇ ਕੋਈ ਮਾੜਾ ਮੋਟਾ ਚੰਗਾ ਕਰਮ ਕੀਤਾ ਤੇ ਉਹ ਵੀ ਮੈਂ ਇੱਛਾ ਰੱਖ ਕੇ ਕੀਤਾ। ਪੁੱਤਰਾ ਨਾਮ ਜਪ ਕੇ ਸਭ ਕੁਝ ਮਿਲਦਾ ਹੀ, ਜੇ ਕੁਝ ਚਾਹਣਾ ਤੇ ਫਿਰ ਨਾਮ ਜਪ। ਮਾਂ ਬੱਚੇ ਦਾ ਪਹਿਲਾ ਟੀਚਰ ਹੈ, ਪਹਿਲੀ ਅਧਿਆਪਕ ਮਾਂ ਹੈ, ਜਿੱਧਰ ਨੂੰ ਪ੍ਰੇਰੇਗੀ ਬੱਚਾ ਤੁਰੇਗਾ। ਬਚਨ ਸੁਣਦਿਆਂ ਹੀ ਚੱਲ ਪਿਆ, ਘਰ ਛੱਡ ਦਿੱਤਾ ਭਗਤ ਧਰੂ ਨੇ। ਰਸਤੇ ਵਿੱਚ ਨਾਰਦ ਮੁਨੀ ਜੀ ਮਿਲ ਗਿਆ, ਕਹਿਣ ਲੱਗੇ ਕਿੱਧਰ ਚੱਲਿਆ? ਕਹਿੰਦਾ ਜੀ ਨਾਮ ਜਪਣਾ। ਕਹਿੰਦੇ ਕਿਵੇਂ ਜਪੀਦਾ? ਕਹਿੰਦਾ ਪਤਾ ਨਹੀਂ। ਫਿਰ ਧਰੂ ਜੀ ਨੂੰ ਉਸ ਵੇਲੇ ਨਾਰਦ ਨੇ ਦੱਸਿਆ ਵੀ ਇਸ ਤਰ੍ਹਾਂ ਨਾਮ ਜਪੀਦਾ, ਗੁਰੂ ਬਣ ਕੇ ਮੰਤਰ ਦਿੱਤਾ। ਤੇ ਫਿਰ ਭਗਤ ਧਰੂ ਨੇ 5 ਮਹੀਨੇ ਜੰਗਲ ਵਿੱਚ ਬੈਠ ਕੇ, ਵਿਦਵਾਨਾਂ ਦਾ ਕਥਨ ਹੈ 5 ਮਹੀਨੇ ਨਾਮ ਜਪਦਾ ਰਿਹਾ। 5 ਮਹੀਨਿਆਂ ਬਾਅਦ ਭਗਵਾਨ ਜੀ ਦੇ ਦਰਸ਼ਨ ਹੋਏ। ਕਹਿਣ ਲੱਗੇ ਮੰਗ ਕੀ ਚਾਹੀਦਾ? ਕਹਿੰਦਾ ਪਹਿਲਾਂ ਤਾਂ ਇੱਛਾ ਸੀ ਪਰ ਹੁਣ ਨਹੀਂ ਹੈ, ਨਾਮ ਜਪ ਕੇ ਇੱਛਾ ਖਤਮ ਹੋ ਗਈ। ਉਹ ਕਹਿਣ ਲੱਗੇ ਠੀਕ ਹੈ, ਪਰ ਤੇਰੀ ਇੱਛਾ ਜ਼ਰੂਰ ਪੂਰੀ ਕਰਾਂਗੇ। 36,000 ਸਾਲ ਤਖਤ ਤੇ ਬੈਠ ਕੇ, ਕੋਈ 1 ਸਾਲ ਨਹੀਂ, ਕੋਈ 5 ਸਾਲ ਨਹੀਂ, ਲੋਕਾਂ ਦੀਆਂ ਵੱਲੋਂ ਚੁਣੀਆਂ ਗਈਆਂ ਸਰਕਾਰਾਂ 5 ਸਾਲ ਬਾਅਦ ਹੱਥੋਂ ਬੈਠਦੀਆਂ। ਆਪਣੇ ਭਗਤ ਨੂੰ 5 ਮਹੀਨੇ ਦਾ ਨਾਮ ਜਪਿਆ ਤੇ 36,000 ਸਾਲ ਰਾਜ ਭਾਗ ਦਿੱਤਾ ਵੀ ਲੈ ਰਾਜ ਕਰ। ਬਚਨ ਆ ਗਿਆ। ਕਹਿਣ ਲੱਗੇ ਇਸ ਤਰ੍ਹਾਂ ਧਰੂ ਦਾ ਵੀ ਪ੍ਰਮਾਤਮਾ ਨੇ ਭਲਾ ਕੀਤਾ, ਨਾਰਦ ਮੁਨੀ ਬਣ ਕੇ ਉਪਦੇਸ਼ ਦੇ ਕੇ ਸੰਸਾਰ ਤੋਂ ਬਖਸ਼ਿਸ਼ ਕੀਤੀ ਹੈ। ਧਰੂ ਪ੍ਰਹਲਾਦ ਬਿਦਰ ਦਾਸੀ ਸੁਤ। ਗੁਰਮੁਖੋ ਦੂਜਾ ਭਗਤ ਪ੍ਰਹਲਾਦ ਹੋਇਆ ਹੈ, ਇਹ ਵੀ ਸਤਯੁਗ ਵਿੱਚ ਹੋਏ ਦੋਨੇ ਭਗਤ। ਤੇ ਭਗਤ ਪ੍ਰਹਲਾਦ ਦਾ ਜਿਹੜਾ ਪਿਤਾ ਹੈ ਉਸ ਨੂੰ ਹਰਾ ਕੇ
ਜਿਹੜਾ ਇੰਦਰ ਰਾਜਾ ਹੈ ਭਗਤ ਪ੍ਰਹਿਲਾਦ ਦੀ ਮਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਚੱਲਿਆ। ਰਸਤੇ ਵਿੱਚ ਨਾਰਦ ਜੀ ਮਿਲ ਗਏ, ਕਹਿਣ ਲੱਗੇ ਕਿੱਧਰ ਲੈ ਕੇ ਜਾ ਰਹੇ ਆ? ਕਹਿੰਦਾ ਇਹ ਮੇਰੇ ਦੁਸ਼ਮਣ ਦੀ ਘਰ ਵਾਲੀ ਹੈ, ਇਹਦੇ ਪੇਟ ਤੋਂ ਬਚਿਆ ਹੋਵੇਗਾ ਉਹ ਵੀ ਮੇਰਾ ਦੁਸ਼ਮਣ ਬਣੇਗਾ, ਮੈਂ ਇਹਨਾਂ ਨੂੰ ਮਾਰ ਹੀ ਦੇਣਾ। ਉਸ ਵੇਲੇ ਨਾਰਦ ਜੀ ਕਹਿਣ ਲੱਗੇ ਨਹੀਂ, ਮਾਰਨਾ ਨਹੀਂ। ਨਾਰਦ ਜੀ ਫਿਰ ਭਗਤ ਪ੍ਰਹਿਲਾਦ ਦੀ ਮਾਂ ਨੂੰ ਲੈ ਕੇ ਰਿਖੀਆਂ ਦੇ ਆਸ਼ਰਮ ਵਿੱਚ ਚਲੇ ਗਏ। ਰਿਖੀਆਂ ਦੇ ਆਸ਼ਰਮ ਦੇ ਵਿੱਚ ਰਹਿ ਕੇ ਮਾਂ ਕਥਾ ਸੁਣਦੀ ਰਹੀ, ਸੰਤਾਂ ਸਾਧੂਆਂ ਦੀ ਸੇਵਾ ਕਰਦੀ ਰਹੀ। ਉੱਥੇ ਫਿਰ ਭਗਤ ਪ੍ਰਹਿਲਾਦ ਦਾ ਜਨਮ ਹੋਇਆ ਰਿਖੀਆਂ ਦੇ ਆਸ਼ਰਮ ਦੇ ਵਿੱਚ। ਇਹੋ ਜਿਹੀਆਂ ਕਥਾ ਕਹਾਣੀਆਂ ਸੁਣੀਆਂ, ਉਹ ਰੱਬ ਦਾ ਭਗਤ ਬਣ ਗਿਆ। ਹੁਣ ਹਰਨਾਕਸ਼ ਕਹਿੰਦਾ ਹੈ ਕਿ ਮੈਂ ਰੱਬ ਹਾਂ। ਪ੍ਰਹਿਲਾਦ ਨੇ ਬਚਪਨ ਵਿੱਚ ਉਹ ਬਚਨ ਸੁਣੇ ਸਨ। ਉਹਨੇ ਆਖਿਆ ਨਹੀਂ, ਤੁਸੀਂ ਭਗਵਾਨ ਨਹੀਂ ਹੋ, ਤੁਸੀਂ ਇੱਕ ਆਮ ਸੰਸਾਰ ਦੇ ਇਨਸਾਨ ਹੋ। ਪਿਓ ਪੁੱਤਰਾਂ ਵਿੱਚ ਝਗੜਾ ਹੋਇਆ, ਝਗੜਾ ਇੰਨਾ ਵਧਿਆ, ਆਪਾਂ ਸਾਖੀਆਂ ਕਈ ਵਾਰੀ ਸਰਵਣ ਕੀਤੀਆਂ ਵੀ ਉਸ ਵੇਲੇ ਹਰਨਾਕਸ਼ ਨੇ ਤਲਵਾਰ ਕੱਢ ਲਈ ਮਾਰਨ ਵਾਸਤੇ। ਉਸੇ ਵੇਲੇ ਪਰਮੇਸ਼ਰ ਜੀ ਹਰੀ ਸਰੂਪ ਪ੍ਰਗਟ ਹੋ ਗਏ। ਉਹ ਤਲਵਾਰ ਭਗਤ ਤੱਕ ਪਹੁੰਚਣ ਨਹੀਂ ਦਿੱਤੀ ਹੈ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਹਰਨਾਕਸ਼ ਦਾ ਅੰਤ ਕੀਤਾ, ਪ੍ਰਹਿਲਾਦ ਦੀ ਰੱਖਿਆ। ਉਹ ਬਚਨ ਗੁਰੂ ਰਾਮਦਾਸ ਨੇ ਲਿਖੇ, ਕਹਿਣ ਲੱਗੇ ਧਰੂ ਪ੍ਰਹਿਲਾਦ। ਇਸ ਤਰ੍ਹਾਂ ਧੂ ਤੇ ਪ੍ਰਹਿਲਾਦ ਦੀ ਰੱਖਿਆ ਕੀਤੀ ਨਾਮ ਜਪ ਕੇ। ਬਿਦਰ ਦਾਸੀ ਸੁਤ। ਤੇ ਬਚਨ ਆ ਗਿਆ, ਕਹਿਣ ਲੱਗੇ ਵੀ ਜਿਹੜਾ ਬਿਦਰ ਸੀ ਨਾ ਦਾਸੀ ਦਾ ਪੁੱਤਰ, ਉਹਦਾ ਵੀ ਭਲਾ ਕੀਤਾ। ਇੱਕ ਵਾਰੀ ਨਾ ਭਗਵਾਨ ਕ੍ਰਿਸ਼ਨ ਜੀ ਚੱਲੇ ਦੁਰਯੋਧਨ ਨੂੰ ਮਿਲਣ ਵਾਸਤੇ, ਕਿਉਂਕਿ ਵਿਚੋਲੇ ਬਣੇ ਸਨ ਵੀ ਪਾਂਡਵਾਂ ਨੇ ਰਾਜ ਭਾਗ ਹਾਰ ਦਿੱਤਾ ਤੇ ਤੂੰ ਇਹਨਾਂ ਨੂੰ 14 ਪਿੰਡ ਦੇ ਦੇ। ਇਹ ਵਿਚੋਲਪੁਣਾ ਕਰਦੇ ਸਨ ਵੀ 14 ਪਿੰਡ ਆਪਣੇ ਭਰਾਵਾਂ ਨੂੰ ਦੇ ਦੇ, ਆਪਣਾ ਗੁਜ਼ਾਰਾ ਕਰ ਲੈਣ। ਜਦੋਂ ਚੱਲੇ ਨਾ ਮਿਲਣ ਵਾਸਤੇ ਦੁਰਯੋਧਨ ਨੂੰ, ਦੁਰਯੋਧਨ ਮਨ ਵਿੱਚ ਸੋਚਦਾ ਹੈ ਵੀ ਜੇ ਭਗਵਾਨ ਜੀ ਮੇਰੇ ਇੱਥੇ ਮਹਿਲ ਵਿੱਚ ਆ ਗਏ ਤੇ ਉਹਨਾਂ ਨੂੰ ਆਇਆ ਵੇਖ ਕੇ ਮੈਨੂੰ ਉੱਠਣਾ ਪੈਣਾ। ਜੇ ਮੈਂ ਉੱਠਾਂਗਾ ਤੇ ਮੇਰੇ ਸਾਰੇ ਵਜ਼ੀਰਾਂ ਨੇ ਕਹਿਣਾ ਵੀ ਤੂੰ ਕਿਉਂ ਉੱਠਿਆ? ਵੀ ਹੈ ਤੇ ਉਹ ਗਵਾਲਿਆਂ ਦਾ ਲੜਕਾ। ਭਗਵਾਨ ਕ੍ਰਿਸ਼ਨ ਜੀ ਨੂੰ ਗਵਾਲਿਆਂ ਦਾ ਲੜਕਾ ਲਿਖਿਆ ਨਾ, ਗੁਜਰਾਂ ਦਾ, ਵੀ ਹੈ ਗਵਾਲਿਆਂ ਦਾ ਲੜਕਾ, ਤੂੰ ਵੇਖ ਕੇ ਉੱਠਿਆ ਕਿਉਂ? ਫਿਰ ਮੇਰੇ ਮੰਤਰੀ ਨਾਰਾਜ਼ ਹੋਣਗੇ। ਜੇ ਮੈਂ ਨਹੀਂ ਉੱਠਾਂਗਾ ਤੇ ਭਗਵਾਨ ਕ੍ਰਿਸ਼ਨ ਜੀ ਨਾਰਾਜ਼ ਹੋਣਗੇ। ਉਹਨੇ ਇੱਕ ਸਾਂਝੀ ਜਿਹੀ ਤਰਕੀਬ ਕੱਢੀ, ਆਪਣੇ ਹਾਥੀ ਵੇਖਣ ਚਲਾ ਗਿਆ ਬਹਾਨਾ ਬਣਾ ਕੇ ਵੀ ਹਾਥੀਆਂ ਦਾ ਮੈਂ ਵੇਖ ਕੇ ਆਵਾਂ ਵੀ ਹਾਥੀ ਮੇਰੇ ਕਿਵੇਂ ਰਾਜੀ ਨੇ ਕਿ ਕਮਜ਼ੋਰ ਨੇ। ਜੇ ਉੱਥੇ ਆਉਣਗੇ ਤੇ ਮੈਂ ਵੀ ਖੜਾ ਹੋਵਾਂਗਾ, ਉਹ ਵੀ ਖੜੇ ਹੋਣਗੇ, ਮਿਲ ਲਵਾਂਗੇ। ਨਹੀਂ ਤੇ ਮੇਰੇ ਕੋਲ ਬਹਾਨਾ ਤੇ ਹੈ ਹੀ ਹੈ। ਹੁਣ ਭਗਵਾਨ ਜੀ ਜਾਣ ਗਏ ਵੀ ਇਹ ਬੰਦਾ ਤੇ ਵੀ ਇਸ ਤਰ੍ਹਾਂ ਦਾ ਕਪਟੀ ਹੈ, ਮਨ ਵਿੱਚ ਕੁਝ ਹੋਰ ਹੈ। ਉਹ ਗਏ ਹੀ ਨਹੀਂ, ਦੁਰਯੋਧਨ ਦੇ ਕੋਲ ਗਏ ਨਹੀਂ। ਉਹ ਦਾਸੀ ਦਾ ਜਿਹੜਾ ਪੁੱਤਰ ਸੀ ਨਾ ਬਿਦਰ, ਉਹਦੇ ਕੋਲ ਚਲੇ ਗਏ। ਸਾਰੀ ਰਾਤ ਕਥਾ ਕਹਾਣੀਆਂ ਪ੍ਰੇਮ ਦੀਆਂ, ਰੱਬ ਦੀਆਂ ਗੱਲਾਂ ਕਰਦੇ ਰਹੇ। ਪ੍ਰੇਮ ਦੇ ਵਿੱਚ ਇੰਨਾ ਮਗਨ ਹੋਏ ਵੀ ਉਹਨਾਂ ਨੇ ਭਗਵਾਨ ਜੀ ਨੂੰ ਛਕਾਉਣ ਵਾਸਤੇ ਸਾਗ ਬਣਾਇਆ, ਸਾਗ ਵਿੱਚ ਲੂਣ ਪਾਉਣਾ ਹੀ ਭੁੱਲ ਗਏ। ਤੇ ਬਿਦਰ ਦੀ ਘਰਵਾਲੀ ਕੇਲੇ ਛਕਾਉਣ ਵਾਸਤੇ ਲੈ ਕੇ ਆਈ। ਉਹ ਕੇਲੇ ਛਿੱਲ ਕੇ ਛਿੱਲਾਂ ਭਗਵਾਨ ਨੂੰ ਦੇ ਦਿੱਤੀਆਂ ਤੇ ਕੇਲਾ ਜਿਹੜਾ ਖਾਣ ਵਾਲਾ ਉਹ ਥੱਲੇ ਸੁੱਟ ਦਿੱਤਾ। ਪਰ ਉਹਦੇ ਪਿਆਰ ਦੇ ਵਿੱਚ ਕੇਲੇ ਦੇ ਛਿਲਕੇ ਵੀ ਖਾ ਲਏ। ਉਹਦੇ ਪਿਆਰ ਦੇ ਵਿੱਚ ਬਿਨਾਂ ਹੀ ਲੂਣ ਤੋਂ ਸਾਗ ਵੀ ਛਕ ਲਿਆ। ਬਚਨ ਵੀ ਉਹਨਾਂ ਨੇ ਲਿਖਿਆ ਨਾ ਗੁਰਬਾਣੀ ਦੇ ਅੰਦਰ, ਕਹਿਣ ਲੱਗੇ ਕਿ ਸਾਗ ਮੈਂ ਪਾਇਆ ਗੁਣ ਗਾਵਤ ਰੈਣ ਬਿਹਾਰੀ। ਬਿਨਾਂ ਹੀ ਨਮਕ ਤੋਂ ਸਾਗ ਛਕ ਲਿਆ, ਐਸੀ ਕਿਰਪਾ ਕਰਦੇ। ਕਹਿਣ ਲੱਗੇ ਬਿਦਰ ਦਾਸੀ ਸੁਤ। ਇਹ ਜਿਹੜਾ ਦਾਸੀ ਦਾ ਪੁੱਤਰ ਸੀ ਬਿਦਰ, ਕਹਿਣ ਲੱਗੇ ਵੀ ਇਹਨੂੰ ਵੀ ਭਗਵਾਨ ਜੀਆਂ ਨੇ ਉਸ ਵੇਲੇ ਨਿਹਾਲ ਕੀਤਾ ਹੈ, ਕਿਰਤਾਰਥ ਕੀਤਾ ਹੈ। ਐਸੀ ਕਿਰਪਾ ਕਰਦੇ ਹਨ, ਫਿਰ ਬਖਸ਼ਿਸ਼ ਕਰਦੇ ਹਨ। ਧਰੂ ਪ੍ਰਹਿਲਾਦ ਬਿਦਰ ਦਾਸੀ ਸੁਤ। ਗੁਰਮੁਖੋ ਨਾਰਦ ਮੁਨੀ ਨੂੰ ਵੀ ਦਾਸੀ ਦਾ ਪੁੱਤਰ ਲਿਖਿਆ ਵੀ ਨਾਰਦ ਮੁਨੀ ਦਾ ਜਿਹੜਾ ਪਹਿਲਾ ਜਨਮ ਸੀ ਨਾ ਉਹ ਦਾਸੀ ਦੇ ਘਰ ਵਿੱਚ ਹੋਇਆ। ਤੇ ਨਾਰਦ ਜੀ ਉਸ ਜਨਮ ਦੇ ਵਿੱਚ ਰਿਖੀਆਂ ਦੀ ਸੇਵਾ ਕਰਿਆ ਕਰਦੇ। ਇੱਕ ਵਾਰੀ ਰਿਖੀਆਂ ਨੇ ਕਹਿ ਦਿੱਤਾ, ਕਹਿਣ ਲੱਗੇ ਸਾਡੀ ਸੇਵਾ ਤੇ ਕਰਦਾ, ਆਪਣੀ ਮਾਂ ਦੀ ਵੀ ਸੇਵਾ ਕਰਿਆ ਕਰ। ਕਹਿਣ ਲੱਗਾ ਠੀਕ ਹੈ। ਘਰੇ ਆ ਗਿਆ, ਮਾਂ ਦੀ ਤੇ ਸੇਵਾ ਕਰਦਾ ਹੈ, ਨਾਲ ਇਹ ਸੋਚਦਾ ਰਹਿੰਦਾ ਵੀ ਮੇਰੀ ਮਾਂ ਛੇਤੀ ਮਰ ਜਾਵੇ, ਵੀ ਮੈਨੂੰ ਸੇਵਾ ਕਰਨ ਵਾਸਤੇ ਇੱਧਰ ਟਾਈਮ ਕੱਢਣਾ ਪੈਂਦਾ, ਇਹੋ ਟਾਈਮ ਮੈਂ ਜਾ ਕੇ ਉੱਧਰ ਲਾਵਾਂਗਾ। ਮਨ ਵਿੱਚ ਵਿਚਾਰ ਇਹ ਹੈ ਵੀ ਮਾਂ ਮਰ ਜਾਵੇ, ਸੇਵਾ ਵੀ ਕਰਦਾ। ਇਸ ਤਰ੍ਹਾਂ ਕਰਦਿਆਂ ਕਰਦਿਆਂ 1 ਸਾਲ ਵਿੱਚ ਮਾਂ ਮਰ ਗਈ ਹੈ। ਮਾਂ ਮਰ ਗਈ, ਫਿਰ ਰਿਖੀਆਂ ਦੇ ਕੋਲ ਆ ਗਿਆ, ਸੇਵਾ ਕਰਨ ਲੱਗ ਪਿਆ। ਉਹਨਾਂ ਨੇ ਪੁੱਛਿਆ ਕੀ ਚਾਹੀਦਾ? ਕਹਿਣ ਲੱਗਾ ਵੀ ਸਭ ਤੋਂ ਵੱਡਾ ਬ੍ਰਹਮਾ ਹੈ, ਮੇਰੀ ਇੱਛਾ ਇਹ ਹੈ ਵੀ ਮੈਂ ਬ੍ਰਹਮਾ ਦਾ ਪੁੱਤਰ ਬਣਾ।
ਉਹਨਾਂ ਨੇ ਵਰ ਦਿੱਤਾ, ਕਹਿਣ ਲੱਗੇ ਠੀਕ ਹੈ, ਤੇਰੀ ਇੱਛਾ ਪੂਰੀ ਹੋਵੇਗੀ। ਫਿਰ ਮੌਤ ਆਈ ਹੈ, ਅਗਲਾ ਜਨਮ ਫਿਰ ਬਰਮਾ ਦਾ ਪੁੱਤਰ ਬਣ ਕੇ ਪੈਦਾ ਬਣਿਆ ਹੋਇਆ ਤੇ ਨਾਰਦ ਬਣ ਕੇ ਦੁਨੀਆ ਵਿੱਚ ਮਸ਼ਹੂਰ ਹੋ ਗਿਆ। ਮਹਾਰਾਜ ਕਹਿਣ ਲੱਗੇ ਭਾਈ ਬਚਨ ਐਸਾ ਹੈ, ਬਿਦਰ ਦਾਸੀ ਸੁਤ ਦਾਸੀ ਦਾ ਪੁੱਤਰ ਜੋ ਨਾਰਦ ਸੀ ਪਹਿਲੇ ਜਨਮ ਦੇ ਵਿੱਚ, ਉਹ ਵੀ ਸਾਧੂਆਂ ਦੀ ਸੇਵਾ ਕਰਕੇ ਨਾਮ ਜਪ ਕੇ ਫਿਰ ਨਾਰਦ ਮੁਨੀ ਵਾਲੇ ਜਨਮ ਨੂੰ ਪ੍ਰਾਪਤ ਹੋਇਆ ਹੈ। ਗੁਰਮੁਖ ਨਾਮ ਤਰੇ। ਇਸ ਤਰ੍ਹਾਂ ਭਾਈ ਗੁਰਮੁਖ ਜਿਹੜੇ ਨਾਮ ਜਪ ਜਪ ਕੇ ਗੁਰੂ ਕੋਲੋਂ ਉਪਦੇਸ਼ ਲੈ ਕੇ ਸੰਸਾਰ ਤੋਂ ਤਰ ਗਏ ਹਨ। ਰਹਾਉ ਕਲਯੁਗ ਨਾਮ ਪ੍ਰਧਾਨ ਪਦਾਰਥ। ਮਹਾਰਾਜ ਕਹਿਣ ਲੱਗੇ ਭਾਈ ਕਲਯੁਗ ਦੇ ਵਿੱਚ ਨਾਮ ਪ੍ਰਧਾਨ ਹੈ, ਸਾਰੇ ਪਦਾਰਥ ਨਾਮ ਦੇ ਵਿੱਚ ਨੇ। ਨਾਮ ਜਪੋਗੇ ਸਾਰੇ ਪਦਾਰਥ। ਕਈ ਵਾਰੀ ਸਾਡੇ ਵਿੱਚ ਬੜਾ ਇਹ ਭਰਮ ਪਾਇਆ ਜਾਂਦਾ ਵੀ ਆਹ ਸ਼ਬਦ ਪੜ੍ਹੋਗੇ ਤੇ ਆਹ ਮਿਲੇਗਾ। ਗੁਰਬਾਣੀ ਦੇ ਸ਼ਬਦਾਂ ਦੇ ਗੁਟਕੇ ਬਣ ਗਏ, ਇਹ ਸ਼ਬਦ ਨੂੰ ਇੰਨੀ ਵਾਰੀ ਜਪੋਗੇ ਆਹ ਮਿਲੇਗਾ। ਨਾਮ ਦੇ ਵਿੱਚੋਂ ਸਭ ਕੁਝ ਹੀ ਮਿਲ ਜਾਣਾ। ਤੁਸੀਂ ਕੋਈ ਵੀ ਸ਼ਬਦ ਪੜ੍ਹ ਲਓ, ਕੋਈ ਵੀ ਪਾਠ ਕਰ ਲਓ, ਕੋਈ ਵੀ ਨਾਮ ਜਪ ਲਓ। ਮਹਾਰਾਜ ਕਹਿਣ ਲੱਗੇ ਨਾਮ ਜਿਹੜਾ ਸਾਰੇ ਪਦਾਰਥਾਂ ਦਾ ਮੁੱਢ ਹੈ। ਭਗਤ ਜਨਾ ਉਧਰੇ। ਜਿਹੜੇ ਭਗਤਾਂ ਨੇ ਨਾਮ ਜਪਿਆ ਉਹ ਸੰਸਾਰ ਤੋਂ ਤਰ ਗਏ ਹਨ। ਨਾਮਾ ਜੈ ਦਿਓ ਕਬੀਰ ਤਲੋਚਨ। ਭਗਤ ਨਾਮਦੇਵ ਜੀ ਨੇ ਨਾਮ ਜਪਿਆ ਹੈ, ਉਹਨਾਂ ਦਾ ਭਲਾ ਹੋਇਆ। ਹਿੰਦੜੀ ਜਾਤ ਮੇਰੀ ਜਾਦ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਵਰਾਪੁਰ। ਇਸ ਤਰ੍ਹਾਂ ਨਾਮਦੇਵ ਦਾ ਭਲਾ ਹੋਇਆ। ਜੈਦੇਵ ਜੀ ਬ੍ਰਾਹਮਣ ਸਨ, ਕਹਿਣ ਲੱਗੇ ਉਹਨਾਂ ਨੇ ਵੀ ਨਾਮ ਜਪਿਆ ਹੈ। ਇੱਕ ਵਾਰੀ ਕਿਸੇ ਚੋਰਾਂ ਨੇ ਚੋਰੀ ਕਰ ਲਈ ਤੇ ਉਹਦਾ ਇਲਜ਼ਾਮ ਜੈਦੇਵ ਤੇ ਲਾ ਦਿੱਤਾ। ਰਾਜੇ ਨੇ ਜੈਦੇਵ ਦੇ ਹੱਥ ਵਢਾ ਦਿੱਤੇ ਵੀ ਇਹਨੇ ਚੋਰੀ ਕੀਤੀ। ਪਰ ਭਗਤ ਜੈਦੇਵ ਜੀ ਪਰਉਪਕਾਰੀ, ਉਹਨਾਂ ਨੇ ਉਹਨਾਂ ਚੋਰਾਂ ਨੂੰ ਬੁਲਾ ਕੇ ਨਾ ਰਾਜੇ ਕੋਲੋਂ ਸਨਮਾਨਿਤ ਕਰਵਾਇਆ। ਜਦੋਂ ਉਹ ਚੋਰ ਸਨਮਾਨਿਤ ਹੋ ਕੇ ਜਾ ਰਿਹਾ ਨਾ ਤਾਂ ਬਾਹਰ ਪਹਿਰੇਦਾਰਾਂ ਨੇ ਪੁੱਛ ਲਿਆ ਵੀ ਜੈਦੇਵ ਨੇ ਤੁਹਾਡੀ ਬੜੀ ਸੇਵਾ ਕਰਵਾਈ ਹੈ। ਉਹ ਇੰਨੇ ਮੂਰਖ ਸਨ, ਜੈਦੇਵ ਦੀ ਨਿੰਦਿਆ ਕਰਨ ਲੱਗ ਪਏ। ਜਦੋਂ ਨਿੰਦਿਆ ਕੀਤੀ ਹੈ ਧਰਤੀ ਪਾੜ ਗਈ, ਧਰਤੀ ਵਿੱਚ ਹੀ ਗਰਕ ਹੋ ਗਿਆ। ਤੇ ਨਾਮਦੇਵ ਜੀ ਦੇ ਜਿਹੜੇ ਟੁੰਡ ਸਨ ਵੱਡੇ ਹੋਏ ਹੱਥ ਫਿਰ ਸਾਬਤ ਹੋ ਗਿਆ। ਕਹਿਣ ਲੱਗੇ ਭਾਈ ਇਹ ਨਾਮ ਦੀ ਮਹਿਮਾ ਹੈ। ਇੱਥੇ ਇੱਕ ਭਗਤਾਂ ਦੇ ਹੱਥ ਵੀ ਵੱਢ ਦਿੰਦਾ ਤੇ ਨਾਮ ਦੀ ਕਿਰਪਾ ਨਾਲ ਉਹ ਵੀ ਸਲਾਮਤ ਹੋ ਜਾਂਦੇ ਹਨ। ਕਬੀਰ ਤਲੋਚਨ। ਇਸੇ ਤਰ੍ਹਾਂ ਭਗਤ ਕਬੀਰ ਜੀ ਹੋਏ ਨੇ। ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ। ਉਹਨਾਂ ਨੇ ਆਖਿਆ ਮੇਰੀ ਜਾਤ ਦਾ ਨਾਂ ਲੈ ਕੇ ਲੋਕ ਮਖੌਲ ਕਰਦੇ, ਪਰ ਬਲਿਹਾਰੀ ਇਸ ਜਾਤ ਕੋ ਜੇ ਜਪਿਓ ਪਰਵਤਗਾਰ। ਮੈਂ ਬਲਿਹਾਰ ਜਾਵਾਂ ਇਸ ਜਾਤ ਤੋਂ ਜਿਨੇ ਰੱਬ ਦੇ ਨਾਮ ਨੂੰ ਜਪਿਆ ਹੈ। ਇਸੇ ਤਰ੍ਹਾਂ ਭਗਤ ਤਰਲੋਚਨ ਜੀ ਹੋਏ ਨੇ, ਉਹਨਾਂ ਨੇ ਵੀ ਨਾਮ ਜਪਿਆ ਹੈ। ਵਿਦਵਾਨਾਂ ਦਾ ਕਥਨ ਹੈ ਵੀ ਖੁਦ ਪਰਮੇਸ਼ਰ ਆਪ ਭਗਤ ਤਰਲੋਚਨ ਦੇ ਘਰ ਦੇ ਵਿੱਚ 13 ਮਹੀਨੇ ਸੇਵਾਦਾਰ ਬਣ ਕੇ ਰਿਹਾ। ਜਦੋਂ ਆਪਾਂ ਕਹਿ ਦਈਏ ਲਾਂਗਰੀ ਬੰਨਾ ਜਾਂ ਸੇਵਾ ਕਰਨੀ, 13 ਮਹੀਨੇ ਆਪ ਭਗਵਾਨ ਜੀ ਬੈਠੇ ਰਹੇ ਆ ਕੇ ਭਗਤ ਤਰਲੋਚਨ ਦੀ ਸੇਵਾ ਕਰਨ ਵਾਸਤੇ। ਆਪਾਂ ਬਚਨ ਪੜ੍ਹਦੇ ਹਾਂ ਨਾ ਗੁਰਬਾਣੀ ਦੇ ਅੰਦਰ, ਭਗਤ ਤਰਲੋਚਨ ਜੀਆਂ ਨੇ ਲਿਖਿਆ ਵੀ ਹੈ। ਜਿੱਥੇ ਉਹਨਾਂ ਨੇ ਬਚਨ ਇਹ ਲਿਖੇ ਨਾ ਵੀ ਭਾਈ ਕਰਮਾਂ ਦੀ ਸਾਰੀ ਖੇਡ ਹੈ। ਸੰਕਰਾ ਮਸਤਕ ਬਸਤਾ ਸੁਰਸਰੀ ਇਸ਼ਨਾਨ ਰੇ, ਕੁਲਜਨ ਮਧੇ ਮਿਲਿਓ ਸਾਰੰਗ ਪਾਨ ਰੇ, ਕਰਮ ਕਰ ਕਲੰਕ ਮਫੀਠ ਸਰੀ। ਇਹ ਸ਼ਬਦ ਜਿੱਥੇ ਉਚਾਰਿਆ ਉਹ ਤਾਂ ਹੀ ਉਚਾਰਿਆ ਸੀ ਵੀ ਭਗਵਾਨ ਜੀ 13 ਮਹੀਨੇ ਦੇ ਘਰ ਵਿੱਚ ਸੇਵਾ ਕਰਦੇ ਰਹੇ। ਪਰ ਉਹਨਾਂ ਨੇ ਇਹ ਬਚਨ ਆਖਿਆ ਸੀ ਵੀ ਜਿੰਨਾ ਪ੍ਰਸ਼ਾਦਾ ਮੈਨੂੰ ਇੱਕ ਵਾਰੀ ਬਣਾ ਕੇ ਦੇ ਦਿਓਗੇ ਮੈਂ ਛਕ ਲਵਾਂਗਾ, ਜਿੱਦਣ ਮੇਰੀ ਨਿੰਦਿਆ ਕਰੋਗੇ ਉਦੋਂ ਮੈਂ ਚਲੇ ਜਾਵਾਂ। ਹੁਣ ਭਗਤ ਜੀ ਦੀ ਘਰ ਵਾਲੀ ਪ੍ਰਸ਼ਾਦਾ ਰੋਜ਼ ਬਣਾ ਕੇ ਦਿੰਦੀ, ਉਹ ਛਕ ਲੈਂਦੀ। ਇੱਕ ਦਿਨ ਉਹਦੇ ਮਨ ਵਿੱਚ ਆ ਗਿਆ ਵੀ ਇਹ ਕਿਤੇ ਭੁੱਖਾ ਹੀ ਨਾ ਰਹਿੰਦਾ ਹੋਵੇ, ਵੀ ਮੰਗਦਾ ਹੈ ਨਹੀਂ, ਅੱਜ ਮੈਂ ਰਜਾ ਕੇ ਹਟਣਾ ਹੈ। ਉਹ ਪ੍ਰਸ਼ਾਦੇ ਬਣਾਈ ਗਈ, ਉਹ ਬੈਠੇ ਛਕੀ ਗਿਆ। ਨਾ ਉਹ ਬਣਾਉਣੋਂ ਹਟੀ ਨਾ ਉਹ ਖਾਣੋਂ ਹਟੇ। ਜਦੋਂ ਸਾਰਾ ਹੀ ਘਰ ਵਿੱਚੋਂ ਆਟਾ ਸਮਾਨ ਮੁੱਕ ਗਿਆ ਨਾ, ਜੋ ਉਸ ਵੇਲੇ ਉਸਨੇ ਸੱਟਿਆ ਉੱਥੇ ਹੀ ਵੇਲਣਾ ਆਪਣਾ ਤਵਾ ਵਗੈਰਾ ਤੇ ਗੁਆਂਢਣ ਦੇ ਘਰ ਚਲੇਗੀ। ਕਹਿਣ ਲੱਗੇ ਪਤਾ ਨਹੀਂ ਕਿੱਥੋਂ ਭੁੱਖਾ ਨੌਕਰ ਲਿਆਂਦਾ, ਰੱਜਦਾ ਹੀ ਨਹੀਂ ਪਿਆ ਤੇ ਖਾਈ ਜਾਂਦਾ ਖਾਈ ਜਾਂਦਾ। ਜਦੋਂ ਐਸੇ ਨਿੰਦਿਆ ਵਾਲੇ ਬਚਨ ਕੀਤੇ ਤੇ ਭਗਵਾਨ ਜੀ ਚਲੇ ਗਏ ਕਰੋ। ਲੱਭਦੀ ਪਈ ਹੈ, ਲੱਭਿਆ ਨਹੀਂ। ਫਿਰ ਭਗਤ ਜੀ ਨੂੰ ਪੁੱਛਿਆ, ਕਹਿਣ ਲੱਗੀ ਨੌਕਰ ਨਹੀਂ ਦਿਸਦਾ। ਉਹਨਾਂ ਨੇ ਅੰਤਰਜਾਮਤਾ ਦੇ ਨਾਲ ਵੇਖਿਆ, ਕਹਿਣ ਲੱਗੇ ਭਲੀਏ ਉਹ ਨੌਕਰ ਥੋੜੀ ਸੀ, ਉਹ ਤੇ ਭਗਵਾਨ ਆਇਆ ਸੀ ਸੇਵਾ ਕਰਨ ਵਾਸਤੇ, ਤੂੰ ਨਿੰਦਿਆ ਕੀਤੀ ਉਹ ਚਲਾ ਗਿਆ ਹੈ।
ਕਹਿੰਦੇ ਇਸ ਤਰ੍ਹਾਂ ਦੇ ਭਗਤ ਤਰਲੋਚਨ ਜੀ ਹੋਏ ਹਨ। ਸਭ ਦੁਖ ਗਏ ਚਮਰੇ, ਜਿਹੜੇ ਚਿੰਬੜੇ ਹੋਏ ਸਾਰੇ ਅਗਿਆਨ ਦੁੱਖ ਸਾਨੂੰ ਚਲੇ ਗਏ। ਜਾਂ ਚਮੜੇ ਤੋਂ ਭਾਵ, ਚਮੜੇ ਤੋਂ ਭਾਵ ਹੈ ਚਮੜਾ, ਤੇ ਚਮੜੇ ਦਾ ਕੰਮ ਕਰਦੇ ਭਗਤ ਰਵਿਦਾਸ ਜੀ ਕਹਿਣ ਲੱਗੇ ਉਹਨਾਂ ਨੇ ਵੀ ਨਾਮ ਜਪ ਕੇ ਭਲਾ ਕੀਤਾ ਹੈ। ਗੁਰਮੁਖ ਨਾਮ ਲੱਗੇ ਸੇ ਉਧਰੇ, ਜਿਹੜੇ ਗੁਰਮੁਖ ਗੁਰੂ ਦੇ ਉਪਦੇਸ਼ ਦੇ ਨਾਲ ਨਾਮ ਦੇ ਨਾਲ ਲੱਗੇ ਨੇ ਉਹ ਤਰ ਗਏ। ਗੁਰੂ ਰਾਮਦਾਸ ਪਾਤਸ਼ਾਹ ਦੇ ਬਚਨ ਹਨ। ਸਭ ਕਿਲਵੇ ਪਾਪ ਟਰੇ, ਉਹਨਾਂ ਦੇ ਕਿਲਵੇਖ ਪਾਪ ਬੱਜਰ ਜਿਹੜੇ ਸਾਰੇ ਨਾਸ ਹੋ ਜਾਂਦੇ ਹਨ। ਜੋ ਜੋ ਨਾਮ ਜਪੈ ਅਪਰਾਧੀ, ਜਿਹੜਾ ਵੀ ਅਪਰਾਧੀ ਨਾਮ ਜਪਦਾ ਹੈ ਸਭ ਤਿਨ ਕੇ ਦੋਖ ਪਰ ਹਰੇ, ਉਹਨਾਂ ਦੇ ਸਾਰੇ ਦੋਸ਼ ਪਰ ਹਰੇ ਨਾਸ ਹੋ ਜਾਂਦੇ। ਜਿਹੜਾ ਜਿਹੜਾ ਨਾਮ ਜਪਦਾ ਸਾਰੇ ਕਲੰਕ ਧੋਤੇ ਜਾਂਦੇ ਹਨ। ਬੇਸਵਾ ਰਵਤ ਅਜਾਮਲ ਉਧਰਿਓ, ਅਜਾਮਲ ਨਾਮ ਦਾ ਪੰਡਤ ਹੋਇਆ ਨਾ, ਆਪਾਂ ਕਈ ਵਾਰੀ ਸਾਖੀ ਸਰਵਣ ਕੀਤੀ ਹੈ। ਇਹਨੇ ਵੇਸਵਾ ਦੇ ਨਾਲ ਵਿਆਹ ਕਰਵਾ ਲਿਆ ਸੀ, ਪਰ ਫਿਰ ਵੀ ਨਾਰਾਇਣ ਨਾਰਾਇਣ ਕਹਿ ਕੇ ਇਸ ਅਜਾਮਲ ਦਾ ਵੀ ਭਲਾ ਹੋਇਆ ਹੈ। ਮੁਖ ਬੋਲੇ ਨਾਰਾਇਣ ਨਰ ਹਰੇ, ਇਹ ਆਪਣੇ ਮੁਖੋਂ ਆਖਦਾ ਹੈ ਨਾਰਾਇਣ ਨਾਰਾਇਣ, ਪੁੱਤਰ ਨੂੰ ਆਵਾਜ਼ਾਂ ਮਾਰਦਾ ਹੈ। ਕਹਿਣ ਲੱਗੇ ਇਹਦਾ ਭਲਾ ਹੋ ਗਿਆ ਹੈ। ਨਾਮ ਜਪਤ ਉਗਰ ਸੈਨ ਗਤ ਪਾਈ, ਗੁਰਮੁਖੋ ਉਗਰ ਸੈਨ ਜਿਹੜਾ ਰਾਜਾ ਸੀ ਨਾ, ਇਹ ਕੰਸ ਜੀ ਦਾ ਪਿਤਾ ਸੀਗਾ, ਜਾਂ ਆਪਾਂ ਕਹਿ ਲਈਏ ਭਗਵਾਨ ਕ੍ਰਿਸ਼ਨ ਦਾ ਨਾਨਾ ਹੈ। ਤੇ ਇੱਕ ਵਾਰੀ ਕੀ ਹੋਇਆ, ਕੰਸ ਨੇ ਆਪਣੇ ਬੰਦੇ ਇਕੱਠੇ ਕਰਕੇ ਆਪਣੇ ਪਿਤਾ ਨੂੰ ਕੈਦਖਾਨੇ ਵਿੱਚ ਸੁੱਟਿਆ। ਆਪ ਰਾਜ ਭਾਗ ਦਾ ਮਾਲਕ ਬਣ ਗਿਆ। ਪਰ ਉਸ ਵੇਲੇ ਭਗਵਾਨ ਕ੍ਰਿਸ਼ਨ ਜੀ ਥੋੜੇ ਵੱਡੇ ਹੋਏ, ਉਹਨਾਂ ਨੇ ਕੰਸ ਨਾਲ ਜੰਗ ਕੀਤਾ, ਕੰਸ ਨੂੰ ਮਾਰਿਆ, ਉਗਰ ਸੈਨ ਨੂੰ ਫਿਰ ਕਾਲ ਕੋਠੜੀ ਵਿੱਚੋਂ ਬਾਹਰ ਕੱਢਿਆ ਤੇ ਰਾਜ ਭਾਗ ਦਾ ਮਾਲਕ ਬਣਾਇਆ। ਕਹਿਣ ਲੱਗੇ ਭਾਈ ਨਾਮ ਜਪਤ ਉਗਰ ਸੈਨ ਗਤ ਪਾਈ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨਾਮ ਜਪ ਕੇ ਭਗਵਾਨ ਕ੍ਰਿਸ਼ਨ ਦੇ ਨਾਨਾ ਜੀ ਉਗਰ ਸੈਨ ਨੇ ਵੀ ਗਤ ਪਾਈ, ਮੁਕਤੀ ਪਾਈ ਹੈ। ਤੋੜ ਬੰਧਨ ਮੁਕਤ ਕਰੇ, ਭਗਵਾਨ ਕ੍ਰਿਸ਼ਨ ਜੀਆਂ ਨੇ ਉਹਨਾਂ ਦੇ ਕੈਦ ਦੇ ਬੰਧਨ ਤੋੜ ਕੇ ਮੁਕਤ ਕਰਕੇ ਫਿਰ ਦੁਬਾਰਾ ਰਾਜਾ ਬਣਾ ਦਿੱਤਾ ਹੈ। ਜਨ ਕੋ ਆਪ ਅਨੁਗ੍ਰਹ ਕੀਆ, ਜਿਨ੍ਹਾਂ ਦੇ ਉੱਪਰ ਆਪ ਉਹ ਕਿਰਪਾ ਦ੍ਰਿਸ਼ਟੀ ਕਰਦਾ ਹੈ। ਹਰ ਅੰਗੀਕਾਰ ਕਰੇ, ਉਹਨਾਂ ਨੂੰ ਫਿਰ ਅੰਗੀਕਾਰ ਕਰਦਾ, ਭਾਵ ਕਿ ਉਹਨਾਂ ਦਾ ਪੱਖ ਕਰਦਾ ਹੈ। ਸੇਵਕ ਪੈਜ ਰੱਖੈ ਮੇਰਾ ਗੋਵਿੰਦ, ਮੇਰਾ ਗੋਬਿੰਦ ਆਪਣੇ ਸੇਵਕਾਂ ਦੀ ਪੈਜ ਰੱਖਦਾ, ਇੱਜ਼ਤ ਰੱਖਦਾ ਹੈ। ਸਰਨ ਪਰੇ ਉਧਰੇ, ਜਿਹੜੇ ਸ਼ਰਨ ਵਿੱਚ ਪੈਣਗੇ ਉਹ ਸੰਸਾਰ ਤੋਂ ਤਰ ਜਾਂਦੇ ਹਨ। ਜਨ ਨਾਨਕ ਹਰ ਕਿਰਪਾ ਧਾਰੀ, ਜਿਨ੍ਹਾਂ ਦੇ ਉੱਪਰ ਪਰਮੇਸ਼ਰ ਕਿਰਪਾ ਕਰਦਾ ਹੈ। ਗੁਰ ਧਾਰਿਓ ਨਾਮ ਹਰੇ, ਉਹਨਾਂ ਨੇ ਹਿਰਦੇ ਵਿੱਚ ਨਾਮ ਨੂੰ ਧਾਰਨ ਕਰਕੇ ਆਪਣਾ ਭਲਾ ਕੀਤਾ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਸੀਸੜੀਆਂ ਸਾਹਿਬ ਸਿਓ ਮੇਲ। ਸੇਵਕ ਪੈਜ ਰੱਖੈ ਮੇਰਾ ਗੋਵਿੰਦ, ਸਰਨ ਪਰੇ ਉਧਰੇ, ਜਨ ਨਾਨਕ ਹਰ ਕਿਰਪਾ ਧਾਰੀ, ਉਰ ਧਰਿਓ ਨਾਮ ਹਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।